ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮਨਪ੍ਰੀਤ ਜੀ, ਬੜੇ ਦਿਨਾਂ ਤੋਂ ਦਿਲ ਕਰ ਰਿਹਾ ਸੀ ਅਕਾਲੀ ਦਲ ਤੇ ਗੱਲ ਕੀਤੀ ਜਾਵੇ, ਕਿਉਂਕਿ ਅਕਾਲੀ ਦਲ ਨੂੰ ਇਸ ਤਰ੍ਹਾਂ ਭੁਲਾ ਦੇਣਾ ਮੇਰਾ ਖਿਆਲ ਹੈ ਵੀ ਇਤਿਹਾਸ ਨਾਲ ਜ਼ਿਆਦਤੀ ਹੋਏਗੀ। ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਬਹੁਤ ਸਾਰੇ ਸਿਆਸੀ ਉਤਰਾਅ ਚੜਾਅ ਅਸੀਂ ਦੇਖਦੇ ਹਾਂ, ਰੋਜ਼ਮर्रा ਦੀ ਗੱਲ ਹੋ ਗਈ ਇਹ। ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਦਾ ਹਸ਼ਰ ਹੁੰਦਾ ਹੈ ਜੋ ਅੱਜ ਅਕਾਲੀ ਦਲ ਦਾ ਹੋ ਰਿਹਾ ਹੈ, ਇਸ ਹਸ਼ਰ ਨੂੰ ਭੁਲਾ ਦੇਣਾ ਮੈਨੂੰ ਲੱਗਦਾ ਹੈ ਕਿ ਜ਼ਿਆਦਤੀ ਹੈ। ਇਸ ਕਰਕੇ ਅੱਜ ਮੈਂ ਸੋਚ ਰਿਹਾ ਸੀ ਕਿ ਸਿਰਫ ਤੇ ਸਿਰਫ ਅਕਾਲੀ ਦਲ ਤੇ ਗੱਲ ਕੀਤੀ ਜਾਵੇ। ਇਹ ਉਹੀ ਅਕਾਲੀ ਦਲ ਆ ਜਿਹਦਾ ਮੁੱਢ ਅਕਾਲੀ ਲਹਿਰ ਚ ਪਿਆ ਹੈ। ਮੋਰਚਿਆਂ ਦੀ ਪਾਰਟੀ ਸੀ, ਮੋਰਚਾ ਚ ਉਦੇ ਹੋਇਆ ਇਸ ਪਾਰਟੀ ਦਾ। ਇਹਨੇ ਬਹੁਤ ਮਾਣ ਮੱਤੇ ਮੋਰਚੇ ਲਾਏ ਆ, ਭਾਵੇਂ ਚਾਬੀਆਂ ਦਾ ਮੋਰਚਾ ਹੋਵੇ, ਭਾਵੇਂ ਨਨਕਾਣਾ ਸਾਹਿਬ ਸ਼ਹੀਦੀ ਮੋਰਚਾ ਹੋਵੇ, ਭਾਵੇਂ ਜੈਤੋ ਦਾ ਮੋਰਚਾ ਹੋਵੇ, ਭਾਵੇਂ ਗੁਰਦੁਆਰਿਆਂ ਨੂੰ ਆਜ਼ਾਦੀ ਦਿਲਾਉਣ ਦਾ, ਮਹੰਤਾ ਤੋਂ ਆਜ਼ਾਦ ਕਰਾਉਣ ਦਾ ਮਾਮਲਾ ਹੋਵੇ। ਕਿਉਂਕਿ ਸ਼ੁਰੂਆਤੀ ਦੌਰ ਤਾਂ ਇਹੀ ਸੀ ਇਸ ਅਕਾਲੀ ਦਲ ਦਾ, ਜਦੋਂ ਇਹ ਅਕਾਲੀ ਲਹਿਰ ਸੀ। ਉਸ ਤੋਂ ਬਾਅਦ ਸਿਆਸੀ ਸੰਗਠਨ ਪਾਰਟੀ ਬਣੀ ਸ਼੍ਰੋਮਣੀ ਅਕਾਲੀ ਦਲ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਵੀ ਇਸ ਪਾਰਟੀ ਨੇ ਕਮਾਲ ਦੇ ਕਾਰਜ ਕੀਤੇ, ਇਤਿਹਾਸਕ ਕਾਰਜ ਕੀਤੇ। ਮਿਸਾਲ ਦੇ ਤੌਰ ਤੇ ਦੇਸ਼ ਦੇ ਸੁਤੰਤਰਤਾ ਸੰਗਰਾਮ ਦੇ ਵਿੱਚ ਜਿਹੜੀ ਇਹਦੀ ਹਿੱਸੇਦਾਰੀ ਹੈ, ਸੱਤਿਆਗ੍ਰਹਿ ਦਾ ਜਿਹੜਾ ਇਹਦੇ ਕੋਲ ਅਨੁਭਵ ਹੈ ਇਸ ਪਾਰਟੀ ਦੇ ਕੋਲ, ਮੇਰਾ ਖਿਆਲ ਹੈ ਵੀ ਕਾਂਗਰਸ ਤੋਂ ਬਾਅਦ ਇਹੀ ਪਾਰਟੀ ਸੀ ਹਿੰਦੁਸਤਾਨ ਦੀ ਜਿਹਦੇ ਕੋਲੇ ਸੱਤਿਆਗ੍ਰਹਿ ਦਾ ਇੰਨਾ ਵੱਡਾ ਅਨੁਭਵ ਸੀ। ਜਿਹੜੀ ਆਜ਼ਾਦੀ ਦੀ ਲਹਿਰ ਸੀ ਉਸ ਦੇ ਵਿੱਚ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੇ ਇੱਕ ਇਤਿਹਾਸਕ ਆਪਣਾ ਯੋਗਦਾਨ ਦਿੱਤਾ, ਵੱਡਾ ਯੋਗਦਾਨ ਹੈ ਜਿਸ ਨੂੰ ਪੂਰਾ ਦੇਸ਼ ਨਹੀਂ ਭੁਲਾ ਸਕਦਾ। ਪਰ ਅੱਜ ਇਸ ਦਾ ਹਸ਼ਰ ਜੋ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ, ਇਹਦੇ ਤੇ ਗੱਲ ਅਸੀਂ ਕਰਾਂਗੇ। ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਇੱਕ ਪਰਿਵਾਰ ਇਸ ਅਕਾਲੀ ਦਲ ਦੀ ਅਗਵਾਈ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਵਾਲਾ ਪਰਿਵਾਰ ਅੱਜ ਸ਼੍ਰੋਮਣੀ ਅਕਾਲੀ ਦਲ ਵੀ ਉਸ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਇਸ ਤਰ੍ਹਾਂ ਦੇ ਕੋਈ ਸਿੱਧੇ ਇਲਜ਼ਾਮ ਨਹੀਂ ਹਨ, ਨਾ ਉਹਨਾਂ ਦੇ ਸਪੁੱਤਰ ਤੇ ਹਨ, ਪਰ ਉਹਨਾਂ ਦੀਆਂ ਰਿਸ਼ਤੇਦਾਰੀਆਂ, ਉਹਨਾਂ ਨਾਲ ਜੁੜੇ ਕਾਰੋਬਾਰ ਤੇ ਉਹਨਾਂ ਦੀ ਸੱਤਾ ਦੇ ਇਸ ਤਰ੍ਹਾਂ ਦੇ ਜਿਹੜੇ ਇੱਕ ਅਸੀਂ ਕਹਿ ਲਈਏ ਸੱਤਾ ਦੀ ਜਿਹੜੀ ਖੇਡ ਹੈ ਉਹਦੇ ਨਾਲ ਜੁੜੇ ਕੁਝ ਅਜਿਹੇ ਮਾਮਲੇ ਸਨ ਜਿਹੜੇ ਸੰਗੀਨ ਸਨ, ਜਿਨ੍ਹਾਂ ਨੂੰ ਮੁਆਫ ਕਰਨਾ ਸ਼ਾਇਦ ਬਹੁਤ ਮੁਸ਼ਕਲ ਹੋਵੇਗਾ ਕਿਸੇ ਲਈ ਜੇ ਉਹ ਸਾਬਤ ਹੋ ਜਾਂਦੇ ਆ ਤਾਂ। ਮਿਸਾਲ ਦੇ ਤੌਰ ਤੇ ਜਦੋਂ ਸੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝੀ, ਬੇਅਦਬੀਆਂ ਦੇ ਕਾਂਡ ਹੋਏ, ਪੁਲਿਸ ਗੋਲੀ ਦੇ ਵਿੱਚ ਬੇਅਦਬੀ ਦੇ ਖਿਲਾਫ ਰੋਸ ਕਰਨ ਵਾਲੇ ਸਿੱਖ ਮਾਰੇ ਗਏ ਦੋ। ਉਸ ਤੋਂ ਬਾਅਦ ਚਿੱਟੇ ਨਾਲ ਜੁੜਿਆ ਇਸ ਪਾਰਟੀ ਦਾ ਨਾਮ। ਇਸ ਪਾਰਟੀ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਅਰੈਸਟ ਹੋਏ, ਅੱਜ ਵੀ ਉਹ ਜੇਲ੍ਹ 'ਚ ਨੇ। ਔਰ ਉਸ ਤੋਂ ਬਾਅਦ ਪੀਟੀਸੀ ਦਾ ਮਾਮਲਾ ਸਾਹਮਣੇ ਆ ਜਾਂਦਾ। ਇਹ ਉਸ ਤਰ੍ਹਾਂ ਦੇ ਮਾਮਲੇ ਨੇ ਜਿਹੜੇ ਮਾਮਲੇ ਜੇ ਸਿੱਧ ਹੋ ਜਾਂਦੇ ਆ, ਜੇ ਸਾਬਤ ਹੋ ਜਾਂਦੇ ਆ, ਤਾਂ ਸ਼ਾਇਦ ਇਹਨਾਂ ਮਾਮਲਿਆਂ ਦੇ ਵਿੱਚੋਂ ਨਿਕਲਣਾ ਸ਼੍ਰੋਮਣੀ ਅਕਾਲੀ ਦਲ ਲਈ ਔਖਾ ਹੋ ਜਾਵੇਗਾ, ਕਦੇ ਵੀ ਸੌਖਾ ਨਹੀਂ ਹੋਵੇਗਾ। ਮਨਪ੍ਰੀਤ ਜੀ, ਕੀ ਮੈਂ ਇਹ ਠੀਕ ਕਹਿ ਰਿਹਾ? ਦੇਖੋ ਮਦਨਦੀਪ ਜੀ, ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਆ। ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਇਹਦੀ ਸਥਾਪਨਾ ਹੋਏ ਨੂੰ 100 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਇਹ ਆਪਾਂ ਨੂੰ ਸਾਰਿਆਂ ਨੂੰ। ਲੇਕਿਨ ਅੱਜ ਦੀ ਤਾਰੀਖ ਦੇ ਵਿੱਚ ਇਸ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ। ਔਰ ਤੁਸੀਂ ਦੇਖੋ, ਜਿਹੜੇ ਤੁਸੀਂ ਤਮਾਮ ਮਾਮਲੇ ਦੱਸੇ ਨੇ, ਜਿਹੜੀਆਂ ਰੀਸੈਂਟਲੀ ਚੋਣਾਂ ਹੋਈਆਂ ਨੇ, ਇਸ ਪਾਰਟੀ ਦਾ 3 ਸੀਟਾਂ ਤੱਕ ਸੀਮਿਤ ਹੋ ਜਾਣਾ। ਹਾਲਾਂਕਿ ਇਹਨਾਂ ਦੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਵੀ 1 ਸੀਟ ਆਈ ਆ। ਇਸ ਨਾਲ ਇਹ ਦਰਸਾਉਂਦਾ ਕਿ ਪਾਰਟੀ ਦਾ ਜਿਹੜਾ ਵਕਾਰ ਆ ਉਹ ਦਿਨੋਂ ਦਿਨ ਡਿੱਗ ਰਿਹਾ, ਪਾਰਟੀ ਦੇ ਵਿੱਚ ਨਿਘਾਰ ਹੋ ਰਿਹਾ। ਦੂਸਰੀ ਗੱਲ, ਤੁਸੀਂ ਦੇਖੋ, ਤੁਸੀਂ ਆਪ ਹੀ ਇਹ ਗੱਲ ਕਹੀ ਆ ਕਿ ਕਿਸ ਤਰ੍ਹਾਂ ਇਹਨਾਂ ਦੇ ਇੱਕ ਆਗੂ ਬਿਕਰਮ ਸਿੰਘ ਮਜੀਠੀਆ, ਉਹਨਾਂ ਤੇ ਇੱਕ FIR ਦਰਜ ਹੋਈ ਹੈ, NDPS ਐਕਟ ਯਾਨੀ ਕਿ ਡਰੱਗਸ ਮਾਮਲੇ ਦੇ ਵਿੱਚ ਉਹਨਾਂ ਤੇ ਇੱਕ ਕੇਸ ਦਰਜ ਹੋਇਆ, ਤੇ ਇਸ ਟਾਈਮ ਉਹ ਨਿਆਇਕ ਹਿਰਾਸਤ ਦੇ ਵਿੱਚ ਨੇ, ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ, ਤੇ 24 ਫਰਵਰੀ ਤੋਂ ਬਾਅਦ ਲਗਾਤਾਰ ਉਹ ਜੇਲ੍ਹ ਦੇ ਅੰਦਰ ਨੇ। ਹਾਲਾਂਕਿ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਹਿਲਾਂ ਐਂਟੀਸਪੇਟਰੀ ਬੇਲ ਲਾਈ, ਉਸ ਤੋਂ ਬਾਅਦ ਰੈਗੂਲਰ ਬੇਲ ਲਾਈ, ਸਾਰੀਆਂ ਬੇਲਸ ਉਹਨਾਂ ਦੀਆਂ ਰੱਦ ਹੋ ਗਈਆਂ। ਤੇ ਅੱਜ ਕੱਲ ਇੱਕ ਹੋਰ ਲੜਾਈ ਲੜ ਰਹੇ ਆ। ਉਹ ਕਹਿੰਦੇ ਜੇਲ੍ਹ ਦੇ ਵਿੱਚ ਮੈਨੂੰ ਜਿਹੜੀਆਂ ਸਹੂਲਤਾਂ ਉਹ ਠੀਕ ਨਹੀਂ ਆ, ਜਾਂ ਜੇਲ੍ਹ ਦੇ ਵਿੱਚ ਮੈਂ ਠੀਕ ਤਰ੍ਹਾਂ ਰਹਿ ਨਹੀਂ ਪਾ ਰਿਹਾ, ਮੈਨੂੰ ਮਾੜੀ ਥਾਂ ਦਿੱਤੀ ਆ, ਉਹ ਮੇਰੇ ਲਈ ਬਣਦੀ ਨਹੀਂ। ਇਸ ਤਰ੍ਹਾਂ ਦੀ ਲੜਾਈ ਲੜ ਰਹੇ ਆ। ਤੇ ਨਾਲ ਦੀ ਨਾਲ ਉਹ ਇਹ ਵੀ ਕਹਿ ਰਹੇ ਆ
ਕਿ ਜੇਲ੍ਹ ਦੇ ਵਿੱਚ ਮੇਰੀ ਜਾਨ ਨੂੰ ਜਿਹੜਾ ਉਹ ਖਤਰਾ, ਸੁਰੱਖਿਅਤ ਨਹੀਂ ਹੈ ਮੈਂ। ਇਸ ਦੀ ਸੁਣਵਾਈ ਚੱਲ ਰਹੀ ਹੈ। ਖੈਰ, ਇਸ ਦੀ ਅਗਲੀ ਸੁਣਵਾਈ ਹੁਣ ਅਦਾਲਤ ਨੇ 12 ਅਪ੍ਰੈਲ ਤੱਕ ਪਾਤੀ ਆ, ਉਹ ਆਪਾਂ ਬਾਅਦ ਚ ਗੱਲ ਕਰਾਂਗੇ। ਇਸ ਦੇ ਨਾਲ ਤੁਸੀਂ ਜਿਹੜੀ ਦੂਸਰੀ ਗੱਲ ਕੀਤੀ ਆ, ਉਹ ਕੀਤੀ ਹੈ ਇਹਨਾਂ ਦੇ ਚੈਨਲ ਪੀਟੀਸੀ ਨੂੰ ਲੈ ਕੇ। ਉਹ ਵੀ ਤੁਹਾਨੂੰ ਪਤਾ ਪਿਛਲੇ ਦਿਨਾਂ ਤੋਂ ਲਗਾਤਾਰ ਵਿਵਾਦਾਂ ਚ ਬਣਿਆ ਹੋਇਆ, ਔਰ ਪੀਟੀਸੀ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ, ਜਿਹੜੇ ਇਹਨਾਂ ਦੇ ਸਾਰੇ ਡਿਫਰੈਂਟ ਚੈਨਲਸ ਨੇ, ਉਹ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ। ਉਹ ਇਸ ਟਾਈਮ ਪੁਲਿਸ ਰਿਮਾਂਡ ਤੇ, ਬਲਕਿ ਲਗਾਤਾਰ ਦੂਸਰੀ ਵਾਰੀ ਉਹਨਾਂ ਦਾ ਜਿਹੜਾ ਪੁਲਿਸ ਰਿਮਾਂਡ ਆ ਉਹ ਲੈ ਲਿਆ ਗਿਆ, ਤੇ ਹੁਣ 11 ਅਪ੍ਰੈਲ ਤੱਕ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ। ਇਸ ਦੇ ਨਾਲ ਵੀ ਪੀਟੀਸੀ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ, ਔਰ ਇਸੇ ਕਰਕੇ ਐਸਜੀਪੀਸੀ ਦਾ ਇਜਲਾਸ ਦੇ ਵਿੱਚ, ਜਦੋਂ ਬਜਟ ਦਾ ਇਜਲਾਸ ਹੋਇਆ ਸੀ ਲਗਭਗ 8-9 ਦਿਨ ਪਹਿਲਾਂ, ਉੱਥੇ ਵੀ ਬਹੁਤ ਸਾਰੇ ਐਸਜੀਪੀਸੀ ਦੇ ਮੈਂਬਰਸ ਨੇ ਇਹ ਗੱਲ ਚੁੱਕੀ ਸੀ ਕਿ ਹੁਣ ਪੀਟੀਸੀ ਦੇ ਉੱਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਨਹੀਂ ਹੋਣਾ ਚਾਹੀਦਾ, ਬਲਕਿ ਐਸਜੀਪੀਸੀ ਨੂੰ ਆਪਣਾ ਕੋਈ ਨਿੱਜੀ ਚੈਨਲ ਖੋਲ੍ਹਣਾ ਚਾਹੀਦਾ। ਇਸ ਉੱਤੇ ਵੀ ਆਪਾਂ ਗੱਲ ਕਰਾਂਗੇ। ਦਰਅਸਲ ਮਦਨਦੀਪ ਜੀ, ਹੋਇਆ ਇਹ ਆ ਕਿ ਇਹਨਾਂ ਸਾਰੀਆਂ ਦੇ ਵਿੱਚ ਆਪਾਂ, ਜੇ ਤੁਸੀਂ ਜਿਹੜੀ ਗੱਲ ਕੀਤੀ ਹੈ, ਸਨ 2015 ਦੇ ਵਿੱਚ ਅਸੀਂ ਜਾਈਏ ਤੇ ਜਿਸ ਟਾਈਮ ਇਹ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਨੇ, ਔਰ ਉਸ ਤੋਂ ਬਾਅਦ ਬਹਿਬਲ ਕਲਾਂ ਕੋਟਕਪੂਰਾ ਦਾ ਜਿਹੜਾ ਗੋਲੀकांड ਸਾਹਮਣੇ ਆਉਂਦਾ, ਔਰ ਉਹਦੇ ਵਿੱਚ ਹੋਇਆ ਕੀ ਆ ਕਿ ਅੱਜ ਤੱਕ ਜਿਹੜੇ ਉਸ ਦੇ ਵਿਕਟਮ ਨੇ ਜਾਂ ਉਸ ਦੇ ਭੁਗਤ ਭੋਗੀ ਨੇ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਸੁਖਰਾਜ ਸਿੰਘ ਹੁਣੀ ਲਗਾਤਾਰ, ਹੁਣ ਆਪਾਂ ਨੂੰ ਫੇਰ ਪਤਾ, ਉਹ ਧਰਨੇ ਤੇ ਬੈਠੇ ਹੋਏ ਨੇ। ਬਹੁਤ ਸਾਰੇ ਨੇਤਾ ਉਹਨਾਂ ਕੋਲੇ ਗਏ ਨੇ, ਉਹਨਾਂ ਨੂੰ ਭਰੋਸਾ ਦਿੱਤਾ। ਸੁਖਰਾਜ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਦੇ ਮੁੰਡੇ ਨੇ। ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਬਿੱਟੂ, ਇਹ ਦੋਨੇ ਹੀ ਜਿਹੜੇ ਸੀਗੇ ਵਿਅਕਤੀਆਂ ਦੀ, ਜਿਸ ਦਿਨ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ, ਜਾਂ ਕੋਟਕਪੂਰਾ ਦੇ ਬਾਅਦ ਉਸ ਦਿਨ ਚੱਲੀ ਸੀ ਗੋਲੀ, ਜਦੋਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਬੇਅਦਬੀ ਮਾਮਲਿਆਂ ਦੇ ਖਿਲਾਫ, ਉਸ ਦਿਨ ਪੁਲਿਸ ਗੋਲੀਬਾਰੀ ਦੇ ਵਿੱਚ ਉਹ ਮਾਰੇ ਗਏ ਸੀ। ਇਹ ਉਹਨਾਂ ਦਾ ਕ੍ਰਿਸ਼ਨ ਭਗਵਾਨ ਸਿੰਘ ਹੁਣਾਂ ਦਾ ਮੁੰਡਾ ਸੁਖਰਾਜ ਸਿੰਘ ਹੁਣ ਆਪਣੇ ਜਿਹੜੇ ਪਿਤਾ ਦੀ ਤੇ ਜਿਹੜੇ ਦੂਸਰੇ ਵਿਅਕਤੀ ਮਾਰੇ ਗਏ ਨੇ ਉਹਨਾਂ ਲਈ ਇਨਸਾਫ ਮੰਗ ਰਹੇ ਨੇ। ਬਹੁਤ ਸਾਰੇ ਜਿਹੜੇ ਵਿਅਕਤੀ ਆ ਉਹਨਾਂ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਉਹ ਇੰਜਰਡ ਵੀ ਹੋਏ ਸੀ। ਲੇਕਿਨ ਅੱਜ 6.5 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਕੋਈ ਇਨਸਾਫ ਨੇੜੇ ਤੇ ਨਜ਼ਰ ਨਹੀਂ ਆ ਰਿਹਾ। ਔਰ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਆ, ਉਸ ਨੂੰ ਰੋਕ ਦਿੱਤਾ ਗਿਆ ਸੀ, ਉਸ ਉੱਤੇ ਧਰਨਾ ਲਾ ਦਿੱਤਾ ਗਿਆ ਸੀ। ਫਿਰ ਅਚਾਨਕ ਇੱਕ ਲੀਗਲ ਟੀਮ ਪਹੁੰਚਦੀ ਆ, ਪੰਜਾਬ ਸਰਕਾਰ ਦੀ ਵਕੀਲ ਪਹੁੰਚਦੇ ਨੇ ਰਾਤ ਨੂੰ, ਉਹਨਾਂ ਨੂੰ ਅਪੀਲ ਕਰਦੇ ਨੇ ਕਿ ਸਾਨੂੰ 3 ਕੁ ਦਿਨ ਦਾ ਸਮਾਂ ਦਿਓ, ਅਸੀਂ ਕਿਸੇ ਤਰ੍ਹਾਂ ਦਾ ਕੋਈ ਹੱਲ ਕੱਢ ਕੇ ਤੁਹਾਨੂੰ ਵਾਪਸ ਤੁਹਾਨੂੰ ਦੱਸਦੇ ਆ, ਉਦੋਂ ਤੱਕ ਲਈ ਤੁਸੀਂ ਜਿਹੜਾ ਹਾਈਵੇ ਉਹ ਖੋਲ ਦਿਓ। ਇਹ ਸਾਰਾ ਕੁਝ ਵੀ ਹੋ ਰਿਹਾ। ਲੇਕਿਨ ਇਹ ਗੱਲ ਤਾਂ ਠੀਕ ਆ, ਇਹ ਮੁਸ਼ਕਲ ਤਾਂ ਅੱਜ ਦੀ ਸਰਕਾਰ ਲਈ ਹੋ ਸਕਦੀ ਹੈ, ਲੇਕਿਨ ਇਹਦਾ ਜਿਹੜਾ ਪਿਛੋਕੜ ਆ, ਇਤਿਹਾਸ ਮੈਂ ਇਸ ਕਰਕੇ ਦੱਸ ਰਿਹਾ, ਇਹ ਕੀ ਪ੍ਰੋਬਲਮਸ ਜਿਹੜੀਆਂ ਨੇ, ਇਹ ਮੁਸ਼ਕਲਾਂ ਨੇ, ਇਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਦੋਂ ਭਾਜਪਾ ਦੀ ਸਰਕਾਰ ਸੀ ਉਦੋਂ ਤੋਂ ਲਗਾਤਾਰ ਬਣੀਆਂ ਹੋਈਆਂ ਨੇ। ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਲੋਂ ਐਸਜੀਪੀਸੀ ਵੀ ਖੁੱਸਦੀ ਹੋਈ ਨਜ਼ਰ ਆ ਰਹੀ ਆ। ਤੁਸੀਂ ਦੇਖੋ ਮਦਨਦੀਪ ਜੀ, 7 ਮੈਂਬਰ ਨੇ, ਜਿਹਦੇ ਵਿੱਚ ਮਿੱਠੂ ਸਿੰਘ ਕਾਹਨੇਆਣ, ਉਹਨਾਂ ਦਾ ਮੈਂ ਨਾਲ ਲੈਣਾ ਚਾਹੂੰਗਾ, ਹੋਰ ਵੀ ਉਹਨਾਂ ਦੇ ਨਾਲ 6 ਮੈਂਬਰ ਨੇ। ਉਹਨਾਂ ਨੇ ਹੁਣ ਇਹ ਡਿਸਾਈਡ ਕੀਤਾ, ਆਉਣ ਵਾਲੇ ਦਿਨਾਂ ਦੇ ਵਿੱਚ ਵਿਸਾਖੀ ਹੈ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਉਹਨਾਂ ਨੇ ਇੱਕ ਮੈਮੋਰੈਂਡਮ ਦੇਣ ਦਾ ਐਲਾਨ ਕੀਤਾ ਕਿ ਅਸੀਂ ਮੈਮੋਰੈਂਡਮ ਦੇਵਾਂਗੇ ਐਸਜੀਪੀਸੀ ਨੂੰ। ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ, ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ, ਤੇ ਉਹਦੇ ਵਿੱਚ ਉਹਨਾਂ ਨੇ 3 ਮੰਗਾਂ ਰੱਖੀਆਂ ਨੇ। ਉਹ 3 ਮੰਗਾਂ ਜਿਹੜੀਆਂ ਨੇ ਮਦਨਦੀਪ ਸਿੰਘ, ਉਹਨਾਂ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪੀਟੀਸੀ ਦਾ ਜਿਹੜਾ ਪੀਟੀਸੀ ਉੱਤੇ ਜਿਹੜਾ ਪਵਿੱਤਰ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਆ, ਉਹ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਤੇ ਐਸਜੀਪੀਸੀ ਨੂੰ ਆਪਣਾ ਕੋਈ ਨਿੱਜੀ ਚੈਨਲ ਜਿਹੜਾ ਉਹ ਖੋਲ੍ਹਣਾ ਚਾਹੀਦਾ। ਦੂਸਰੀ ਜਿਹੜੀ ਉਹਨਾਂ ਦੇ ਉਹਦੇ ਵਿੱਚ ਮੰਗ ਆ, ਉਹ ਇਹ ਆ ਕਿ ਜਿਹੜਾ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਜਿਸ ਉਸ ਅਵਾਰਡ ਨਾਲ ਸਨਮਾਨਿਤ ਕੀਤਾ ਸੀ, ਨਵਾਜ਼ਿਆ ਗਿਆ ਸੀ, ਉਹ ਉਹਨਾਂ ਤੋਂ ਵਾਪਸ ਲਿਆ ਜਾਵੇ। ਇਹ ਤੁਹਾਨੂੰ ਪਤਾ ਪਹਿਲੇ ਦਿਨਾਂ ਦੇ ਵਿੱਚ ਵੀ, ਪਿਛਲੇ ਦਿਨਾਂ ਦੇ ਵਿੱਚ ਜਦੋਂ ਇਜਲਾਸ ਹੋਇਆ ਸੀ ਐਸਜੀਪੀਸੀ ਦਾ, ਉਦੋਂ ਵੀ ਇਹ ਮਾਮਲਾ ਆਇਆ ਸੀ। ਤੇ ਤੀਸਰੀ ਉਹਨਾਂ ਦੀ ਮੰਗ ਇਹ ਆ ਕਿ ਜਿਹੜੇ ਲਗਭਗ 392 ਦੇ ਕਰੀਬ ਪਵਿੱਤਰ ਸਰੂਪ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੇ, ਉਹ ਲਾਪਤਾ ਹੋ ਗਏ ਸੀ। ਉਹਨਾਂ ਦਾ ਮਾਮਲਾ ਤੁਹਾਨੂੰ ਪਤਾ ਹੀ ਹੋਣਾ। ਉਹਦੇ ਵਿੱਚ ਜਿਹੜੇ ਦੋਸ਼ੀ ਆ ਬਣਦੇ, ਉਹਨਾਂ ਦੇ ਖਿਲਾਫ ਇੱਕ ਤਾਂ ਕੇਸ ਦਰਜ ਕੀਤਾ ਜਾਵੇ, FIR ਦਰਜ ਹੋਵੇ, ਉਸ ਤੋਂ ਬਾਅਦ ਉਹਨਾਂ ਦੀ ਜਾਂਚ ਹੋਵੇ ਤੇ ਬਣਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਣ। ਇਹ ਮੈਂ ਸਾਰਾ ਤੁਹਾਨੂੰ ਡਿਟੇਲ 'ਚ ਇਸ ਲਈ ਦੱਸ ਰਿਹਾ ਕਿ ਕਿਤੇ ਨਾ ਕਿਤੇ ਇਹ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹ ਜੁੜਦਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਐਸਜੀਪੀਸੀ ਦਾ ਜਿਹੜਾ ਆਪਸੀ ਸੰਬੰਧ ਆ ਸ਼੍ਰੋਮਣੀ ਅਕਾਲੀ ਦਲ ਨਾਲ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਬਿਲਕੁਲ। ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਜਿਹੜੀਆਂ ਬਾਗੀ ਸੁਰਾਂ ਨੇ, ਉਹ ਐਸਜੀਪੀਸੀ ਦੇ ਵਿੱਚੋਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ।
ਤੁਸੀਂ ਇਹ ਵੀ ਯਾਦ ਕਰੋ, ਜਦੋਂ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰੀ ਕੱਲ ਉਹਨਾਂ ਨੇ ਅਪੀਲ ਕੀਤੀ ਸੀ, ਔਰ ਬਹੁਤ ਮੈਨੂੰ ਲੱਗਦਾ ਉਹਨਾਂ ਦੀ ਇੱਕ ਮੈਚੁਰਿਟੀ ਵਾਲੀ ਇੱਕ ਸੰਜੀਦਾ ਅਪੀਲ ਸੀ। ਅਪੀਲ ਬਲਕਿ ਉਹਨਾਂ ਦੀ ਇੱਕ ਤਰ੍ਹਾਂ ਦੇ ਉਹਨਾਂ ਨੇ ਸਵਾਗਤ ਕੀਤਾ ਸੀ ਜਦੋਂ ਭਗਵੰਤ ਮਾਨ ਹੋਣਾ ਨੇ ਇਹ ਆਫਰ ਕੀਤਾ ਸੀ ਕਿ ਅਸੀਂ ਐਸਜੀਪੀਸੀ ਨੂੰ ਹਰ ਸੰਭਵ ਸਹਿਯੋਗ ਦੇਵਾਂਗੇ ਤਾਂ ਕਿ ਉਹ ਆਪਣਾ ਨਿੱਜੀ ਚੈਨਲ ਸ਼ੁਰੂ ਕਰ ਸਕਣ। ਉਹਨਾਂ ਨੇ ਇਹ ਵੀ ਕਿਹਾ ਸੀ ਇਨਫਰਾਸਟ੍ਰਕਚਰ ਸਾਰਾ ਕੁਝ, ਪਰ ਐਸਜੀਪੀਸੀ ਨੇ ਜਿੱਥੇ ਉਹਨਾਂ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਤਾਂ ਕਿਹਾ ਸਾਨੂੰ ਤੁਹਾਨੂੰ ਕੁਝ ਚਾਹੀਦਾ ਨਹੀਂ, ਤੁਸੀਂ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਾ ਦਿਓ। ਨਾਲ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤੇ ਰਾਜਨੀਤੀ ਕਰ ਰਹੇ ਹੋ। ਪਰ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਬਿਆਨ ਆਉਂਦਾ ਹੈ ਇਸ ਮਾਮਲੇ ਤੇ, ਉਹ ਬਹੁਤ ਹੀ ਇੱਕ ਮੈਨੂੰ ਲੱਗਦਾ ਮੈਚੁਰਿਟੀ ਵਾਲਾ ਹੁੰਦਾ, ਬੜਾ ਮੈਚੁਰਡ ਬਿਆਨ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਕੀਤਾ। ਉਹ ਕਹਿੰਦੇ ਕਿ ਅਸੀਂ ਭਗਵੰਤ ਮਾਨ ਹੋਣਾ ਦੇ ਇਸ ਆਫਰ ਦਾ ਅਸੀਂ ਸਵਾਗਤ ਕਰਦੇ ਹਾਂ, ਅਸੀਂ ਉਹਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹਾਂ, ਪਰ ਸਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਹੈ, ਇਹ ਵੀ ਗੱਲ ਯਾਦ ਕਰੋ। ਫਿਰ ਉਹਨਾਂ ਨੇ ਮਦਨਦੀਪ ਜੀ ਇਹ ਕਿਹਾ ਸੀ ਕਿ ਜੇ ਤੁਸੀਂ ਸਾਡੇ ਲਈ ਕੁਝ ਕਰ ਸਕਦੇ ਹੋ, ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਯੂਨੀਅਨ ਗਵਰਨਮੈਂਟ ਦੇ ਕੋਲੇ, ਸੈਂਟਰਲ ਗਵਰਨਮੈਂਟ ਦੇ ਕੋਲੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਆ, ਜਿਹੜੇ ਇਹ ਸਾਰਾ ਕੁਝ ਚੱਲਦਾ, ਜਿਹਨੂੰ ਅਸੀਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੀ ਕਹਿੰਦੇ ਆ। ਉਹ ਕਹਿੰਦੇ ਜੇ ਤੁਸੀਂ ਕੋਈ ਗੱਲ ਕਰਨੀ ਹੈ ਤੇ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ, ਲਾਇਸੈਂਸ ਹੋਵੇ ਜਾਂ ਹੋਰ ਫਾਰਮੈਲਿਟੀਜ਼ ਹੋਣ ਜਾਂ ਜੋ ਵੀ ਪ੍ਰੋਸੀਜਰ ਆ ਉਹਦੇ ਵਿੱਚ ਤੁਸੀਂ ਲੈ ਕੇ ਉਹ ਸਾਰੀਆਂ ਕਲੀਅਰੈਂਸਿਸ ਸਾਨੂੰ ਲੈ ਕੇ ਉਹਦੇ ਵਿੱਚ ਸਾਡੀ ਮਦਦ ਕਰੋ ਤਾਂ ਕਿ ਅਸੀਂ ਆਪਣਾ ਜਿਹੜਾ ਨਿੱਜੀ ਚੈਨਲ ਆ ਉਹ ਸ਼ੁਰੂ ਕਰ ਸਕੀਏ। ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਮੈਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਵੀ ਇਸ ਉੱਤੇ ਬੜਾ ਨਰਮ ਰੁਖ ਅਪਣਾਏਗੀ। ਹਾਲਾਂਕਿ ਪਤਾ ਇਹ ਲੱਗਾ ਕਿ ਉੱਥੇ ਜਿਹੜਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਉਹਦੇ ਕੋਲ ਲਗਭਗ 2 ਸਾਲ ਦੀ ਵੇਟਿੰਗ ਆ। ਬਹੁਤ ਸਾਰੇ ਚੈਨਲਸ ਨੇ ਪਹਿਲਾਂ ਅਪਲਾਈ ਕਰ ਰੱਖਿਆ, ਪਰ ਹੁਣ ਇਹ ਲੱਗਦਾ ਕਿਉਂਕਿ ਇਹ ਮਾਮਲਾ ਧਰਮ ਨਾਲ ਜੁੜਿਆ, ਪੰਜਾਬ ਨਾਲ ਜੁੜਿਆ, ਔਰ ਤੁਹਾਨੂੰ ਪਤਾ ਹੀ ਹੈ ਕਿ ਕੇਂਦਰ ਸਰਕਾਰ ਹੋਵੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਉਹ ਹਮੇਸ਼ਾ ਹੀ ਮਨਪ੍ਰੀਤ ਜੀ ਸਿਰਫ ਇਹ ਧਰਮ ਨਾਲ ਨਹੀਂ ਜੁੜਿਆ, ਸਿਰਫ ਇਹ ਪੰਜਾਬ ਨਾਲ ਹੀ ਨਹੀਂ ਜੁੜਿਆ ਆ, ਇਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਨਾਲ ਵੀ ਜੁੜਿਆ ਹੈ, ਕਿਉਂਕਿ ਪੀਟੀਸੀ ਦੇ ਉੱਤੇ ਪ੍ਰਸਾਰ ਹੁੰਦਾ ਔਰ ਇਹ ਕਾਫੀ ਵੱਡਾ ਮੁਨਾਫੇ ਦਾ ਕੰਮ ਆ। ਸੋ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੀਟੀਸੀ ਤੇ ਪ੍ਰਸਾਰ ਨਾ ਕੀਤਾ ਜਾਵੇ। ਪਹਿਲਾਂ ਤੇ ਚੱਲਿਆ ਸੀ ਨਾ ਕਿ ਸਾਰੇ ਚੈਨਲਾਂ ਨੂੰ ਇਜਾਜ਼ਤ ਦਿੱਤੀ ਜਾਵੇ। ਜੀ ਜੀ ਨਹੀਂ, ਮੈਂ ਕੁਝ ਹੋਰ ਗੱਲ ਕਰ ਰਿਹਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਮੈਂ ਸਹਿਮਤ ਹਾਂ ਕਿ ਉਹਨਾਂ ਨਾਲ ਤਾਂ ਜੁੜਿਆ ਹੋਇਆ, ਪਰ ਜਦੋਂ ਹੁਣ ਨਿੱਜੀ ਚੈਨਲ ਮੰਗ ਰਿਹਾ ਹੈ ਕਿ ਐਸਜੀਪੀਸੀ ਮੰਗ ਰਹੀ ਹੈ ਆਪਣਾ ਨਿੱਜੀ ਚੈਨਲ, ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਇਸ ਤੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲਏਗੀ। ਹਾਂ, ਕੋਈ ਇਤਰਾਜ਼ ਨਹੀਂ ਕਰੇਗੀ, ਬਲਕਿ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਗੱਲ ਕਰੇਗੀ। ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 400ਵਾਂ ਸਾਲਾ ਜਨਮ ਸ਼ਤਾਬਦੀ ਆ, ਉਹ ਅਸੀਂ ਲਾਲ ਕਿਲੇ ਵਿਖੇ ਇਸੇ ਅਪ੍ਰੈਲ ਦੇ 20 ਤੇ ਅਪ੍ਰੈਲ 21 ਨੂੰ ਅਸੀਂ ਮਨਾਵਾਂਗੇ। ਉਹਦੇ ਲਈ तमाम ਤਰ੍ਹਾਂ ਦੇ ਸਮਾਗਮ ਕੀਤੇ ਜਾਣਗੇ। ਸੋ ਮੈਨੂੰ ਲੱਗਦਾ ਨਹੀਂ ਕਿ ਇਸ ਦੇ ਵਿੱਚ ਬਹੁਤ ਸਾਰੀ ਕੋਈ ਦਿੱਕਤ ਆਉਣ ਵਾਲੀ ਹੈ। ਹੁਣ ਦੁਬਾਰਾ ਆਉਣੇ ਆ ਸ਼੍ਰੋਮਣੀ ਅਕਾਲੀ ਦਲ ਦੇ, ਇਹਨਾਂ ਸਾਰੀਆਂ ਚੀਜ਼ਾਂ ਨਾਲ ਮੈਂ ਇਸ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਰਿਹਾ ਸੀ ਕਿ ਇਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵਧੀਆਂ ਹੋਈਆਂ। ਇੱਕ ਕੇਸ ਤੁਹਾਨੂੰ ਮੈਂ ਹੋਰ ਦੱਸਦਾ, ਸ਼੍ਰੋਮਣੀ ਅਕਾਲੀ ਦਲ ਉੱਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਉੱਤੇ ਇੱਕ ਹੋਰ ਵੀ ਕੇਸ ਚੱਲ ਰਿਹਾ ਹੁਸ਼ਿਆਰਪੁਰ ਕੋਰਟ ਦੇ ਵਿੱਚ ਕਿ ਇਹਨਾਂ ਨੇ ਆਪਣਾ ਰਾਜਨੀਤਿਕ ਜਿਹੜਾ ਕਨਸਟੀਟਿਊਸ਼ਨ ਆ, ਰਾਜਨੀਤਿਕ ਪਾਰਟੀ ਦਾ, ਸਿਆਸੀ ਪਾਰਟੀ ਦਾ, ਉਹ ਵੱਖਰਾ, ਤੇ ਜਦੋਂ ਇਹ ਐਸਜੀਪੀਸੀ ਲਈ ਚੋਣਾਂ ਲੜਦੇ ਆ ਉਹਦੇ ਲਈ ਇਹਨਾਂ ਦਾ ਜਿਹੜਾ ਕਨਸਟੀਟਿਊਸ਼ਨ ਆ ਜਾਂ ਇਹਨਾਂ ਦਾ ਸੰਵਿਧਾਨ ਆ ਉਹ ਵੱਖਰਾ। ਇਹਨਾਂ ਨੇ 2 ਸੰਵਿਧਾਨ ਰੱਖੇ ਹੋਏ ਆ। ਸੋ ਇਹ ਮਾਮਲਾ ਹੁਸ਼ਿਆਰਪੁਰ ਦੇ ਵਿੱਚ ਚੱਲ ਰਿਹਾ। ਤੁਹਾਨੂੰ ਪਤਾ ਜਿਹੜੇ ਬਲਵੰਤ ਸਿੰਘ ਖੇੜਾ ਇਸ ਟਾਈਮ ਉਹ ਲਗਭਗ 84-85 ਵਰਿਆਂ ਦੇ ਨੇ, ਉਹਨਾਂ ਨੇ ਇਹਨਾਂ ਤੇ ਕੇਸ ਕੀਤਾ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਚਾਰੋਂ ਪਾਸੇ ਸ਼੍ਰੋਮਣੀ ਅਕਾਲੀ ਦਲ ਘਿਰਿਆ ਹੋਇਆ। ਹੁਣ ਆਉਣੇ ਆ ਪਾਰਟੀ ਤੇ। ਦੇਖੋ ਤੁਸੀਂ ਗੱਲ ਬਹੁਤ ਇਹ ਸਹੀ ਕਹੀ ਆ, ਆਪਾਂ ਇਸ ਤੇ ਗੱਲ ਕਰ ਲਾਂਗੇ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਕਿ ਪਰਿਵਾਰ ਦੇ ਵਿੱਚ ਮੈਂ ਬਿਲਕੁਲ ਮੈਂ ਇਹ ਚਾਹੁੰਦਾ ਹਾਂ ਮਨਪ੍ਰੀਤ ਜੀ ਕਿ ਜਿਹੜੀ ਇਹ ਇਖਲਾਕੀ ਸੱਟ ਵੱਜੀ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ 95 ਸਾਲ ਦੀ ਉਮਰ ਦੇ ਵਿੱਚ, ਔਰ ਅੱਗੇ ਜਾ ਕੇ ਜਿਹਨੂੰ ਉਹਨਾਂ ਦੇ ਸੁਪੁੱਤਰ ਪ੍ਰਕਾਸ਼ ਸਿੰਘ ਬਾਦਲ ਨੇ ਭੋਗਣਾ ਆ ਸਿਆਸੀ ਤੌਰ ਤੇ, ਜਿਸ ਗੱਲ ਕਰੀਏ ਤਾਂ ਕੀ ਇਹ ਸੌਖਾ ਹੈ? ਕਿ ਇਹਦੇ ਵਿੱਚੋਂ ਉੱਭਰ ਆਵੇਗੀ ਪਾਰਟੀ ਜਾਂ ਉੱਭਰ ਆਉਣਗੇ ਪ੍ਰਕਾਸ਼ ਸਿੰਘ ਬਾਦਲ ਦੇ ਸੁਪੁੱਤਰ ਸੁਖਬੀਰ ਸਿੰਘ ਬਾਦਲ? ਦੇਖੋ ਜੇ ਤਾਂ ਇਹਨੂੰ ਇਸੇ ਤਰ੍ਹਾਂ ਚਲਾਇਆ, ਹੁਣ ਤੁਸੀਂ ਦੇਖੋ 10 ਮਾਰਚ ਨੂੰ ਰਿਜ਼ਲਟ ਆਉਂਦੇ ਨੇ, ਉਸ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਦਾ ਹਸ਼ਰ ਹੋਇਆ, ਉਹਨਾਂ ਨੇ ਆਪਣੀ ਇੱਕ ਪੋਲੀਟੀਕਲ ਅਫੇਅਰਸ ਕਮੇਟੀ ਦੀ ਜੋ ਵੀ ਇੱਕ ਮੀਟਿੰਗ ਜ਼ਰੂਰ ਬੁਲਾਈ ਸੀ, ਉਹ ਚ ਇਹ ਵੀ ਕਿਹਾ ਸੀ ਕਿ ਅਸੀਂ ਐਨਾਲਿਸਿਸ ਕਰਾਂਗੇ, ਅਸੀਂ ਵਿਸ਼ਲੇਸ਼ਣ ਕਰਾਂਗੇ, ਇੰਟਰੋਸਪੈਕਸ਼ਨ ਕਰਾਂਗੇ, ਅੰਦਰ ਝਾਤੀ ਮਾਰਾਂਗੇ ਸਾਡੇ ਵਿੱਚ ਕੀ ਗਲਤੀ ਰਹਿ ਗਈ, ਕੀ ਕਮੀਆਂ ਰਹਿ ਗਈਆਂ। ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇਮਾਨਦਾਰੀ ਨਾਲ ਹੋਇਆ। ਕਿ ਸੁਖਬੀਰ ਸਿੰਘ ਬਾਦਲ ਨੇ ਸਿਰਫ ਇੱਕ ਆਫਰ ਕੀਤਾ ਆਪਣਾ ਰੈਜ਼ਿਗਨੇਸ਼ਨ, ਕੀ ਉਹਨਾਂ ਨੂੰ ਅਸਤੀਫਾ ਨਹੀਂ ਸੀ ਦੇ ਦੇਣਾ ਚਾਹੀਦਾ?
ਕਿ ਆਹ ਲਓ ਮੇਰਾ ਅਸਤੀਫਾ, ਕਿਸੇ ਹੋਰ ਨੂੰ ਪ੍ਰਧਾਨ ਬਣਾਓ, ਮੇਰੇ ਤੋਂ ਜਿਹੜਾ ਕੋਈ ਕਾਬਲ ਲੱਗੇ ਜਾਂ ਬਿਹਤਰ ਲੱਗੇ ਉਹਨਾਂ ਨੂੰ ਤੁਸੀਂ ਪ੍ਰਧਾਨ ਬਣਾਓ। ਇਸ ਗੱਲ ਦਾ ਜਿਹੜਾ ਮੈਸੇਜ ਸੀ, ਇਸ ਗੱਲ ਦਾ ਜਿਹੜਾ ਸੁਨੇਹਾ ਸੀ, ਉਹ ਬਹੁਤ ਦੂਰ ਤੱਕ ਜਾਣਾ ਸੀ। ਲੇਕਿਨ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਇਸ ਤਰ੍ਹਾਂ ਲੱਗਦਾ ਸੀ ਕਿ ਸਿਰਫ ਇੱਕ ਫਾਰਮੈਲਿਟੀ ਸੀ ਕਿ ਹਾਂਜੀ ਮੈਂ ਆਫਰ ਕਰਦਾ, ਆਪ ਹੀ ਉਹ ਅਸਤੀਫਾ ਆਫਰ ਕਰਦੇ ਆ, ਆਪ ਹੀ ਰਿਜੈਕਟ ਕਰਵਾ ਦਿੰਦੇ ਆ, ਆਪ ਹੀ ਉਹਨਾਂ ਨੂੰ ਥਾਪ ਦਿੰਦੇ ਆ। ਸੋ ਕਹਿਣ ਦਾ ਮਤਲਬ ਜੇ ਉਹ ਪਰਿਵਾਰਵਾਦ ਦੇ ਵਿੱਚ ਫਸਿਆ ਰਹੂਗਾ ਸ਼੍ਰੋਮਣੀ ਅਕਾਲੀ ਦਲ, ਮੈਨੂੰ ਲੱਗਦਾ ਇੱਕ ਪਾਰਟੀ ਜਿਹਦੀਆਂ ਤੁਸੀਂ ਆਪ ਹੀ ਥੋੜੀ ਦੇਰ ਪਹਿਲਾਂ ਬੜੀਆਂ ਕੁਰਬਾਨੀਆਂ ਨੇ, ਬੜੀ ਇਹਨਾਂ ਦੀ ਸ਼ਿੱਦਤ ਨਾਲ ਮਿਹਨਤ ਕੀਤੀ ਹੋਈ ਆ ਪੰਜਾਬ ਦੇ ਲਈ। ਕਿਸੇ ਟਾਈਮ ਤੇ ਇਹ ਪਾਰਟੀ ਆਪਣੇ ਖੇਤਰੀ ਹਿੱਤਾਂ ਲਈ ਜਾਂ ਆਪਣੇ ਸੂਬੇ ਦੇ ਹਿੱਤਾਂ ਲਈ ਬਹੁਤ ਵਾਰੀ ਖੜੀ ਆ। ਐਮਰਜੈਂਸੀ ਦੇ ਦੌਰਾਨ ਇਹਨਾਂ ਨੇ ਬਹੁਤ ਲੜਾਈਆਂ ਲੜੀਆਂ ਨੇ। ਉਸ ਤੋਂ ਪੁਰਾਣੀਆਂ ਇਤਿਹਾਸ ਪਰ ਇਹਦੇ ਵਿੱਚ ਇੱਕ ਗੱਲ ਸਾਨੂੰ ਨਿਖੇੜਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਮੈਂ ਵੀ ਦੱਸ ਰਿਹਾ ਸੀ, ਤੁਸੀਂ ਵੀ ਇਸ ਪਾਰਟੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਬੜੀ ਜਾਣਕਾਰੀ, ਮੇਰੇ ਨਾਲ ਵੱਧ ਜਾਣਕਾਰੀ ਰੱਖਦੇ ਹੋ ਇਹਦੇ ਬਾਰੇ। ਅਸੀਂ ਇਹਦੇ 'ਚ ਇਹ ਨਿਖੇੜਾ ਕਰ ਸਕਦੇ ਹਾਂ ਕਿ ਜਿਹੜੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ ਅਕਾਲੀ ਲਹਿਰ ਚੋਂ ਨਿਕਲਿਆ ਹੋਇਆ ਹੈ। ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜੀ। ਬਿਲਕੁਲ ਤੁਹਾਡੀ ਬਿਲਕੁਲ ਇਸੇ ਗੱਲ ਦਾ ਤਾਂ ਜਿਹੜੇ ਆਮ ਤੌਰ ਤੇ ਹੁਣ ਤੁਸੀਂ ਦੇਖੋ ਨਾ, ਜਿਸ ਟਾਈਮ ਸਿਰਸਾ ਡੇਰਾ ਮੁਖੀ ਨੂੰ ਸੁਖਬੀਰ ਸਿੰਘ ਬਾਦਲ ਹੋਣੀ, ਉਹ ਬਾਅਦ ਦੇ ਵਿੱਚ ਸਾਨੂੰ ਸਾਰੀਆਂ ਗੱਲਾਂ ਪਤਾ ਲੱਗੀਆਂ, ਜਿਸ ਵਕਤ ਉਹ ਮਾਫੀ ਦੇ ਦਿੰਦੇ ਨੇ, ਇਸ ਗੱਲ ਦਾ ਪੂਰੀ ਸਿੱਖ ਸੰਗਤ ਤੇ ਪੂਰੀ ਦੁਨੀਆ ਦੇ ਵਿੱਚ ਬਹੁਤ ਮਾੜਾ ਅਸਰ ਜਾਂਦਾ, ਬੜਾ ਉਹਨਾਂ ਦਾ ਕ੍ਰਿਟਿਸਿਜ਼ਮ ਹੁੰਦਾ। ਉਸ ਤੋਂ ਬਾਅਦ ਉਹ ਜਿਹੜੀ ਅਪੋਲੋਜੀ ਸੀ ਉਹ ਫਟਾਫਟ ਵਾਪਸ ਵੀ ਲੈ ਲਈ ਜਾਂਦੀ ਆ, ਮਾਫੀ ਵਾਪਸ ਵੀ ਲੈ ਲਈ ਜਾਂਦੀ ਆ, ਪਰ ਉਸ ਦਾ ਜਿਹੜਾ ਡੈਮੇਜ ਸੀ ਉਹ ਹੋ ਚੁੱਕਾ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਹੋਵੇ, ਨਾਲ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਹੋਵੇ, ਔਰ ਲਗਾਤਾਰ ਕੋਈ ਇੱਕ ਮਾਮਲਾ ਨਹੀਂ ਹੋਇਆ ਬੇਅਦਬੀ ਦਾ, ਕਈ 100 ਮਾਮਲੇ ਹੋਏ ਆ ਔਰ ਹਰ ਰੋਜ਼ ਹੁੰਦੇ ਸੀ। ਔਰ ਦੇਖ ਕੇ ਸਾਨੂੰ ਮਦਨਦੀਪ ਜੀ ਹੈਰਾਨੀ ਹੁੰਦੀ ਸੀ ਕਿ ਉਹਨਾਂ ਦੀ ਆਪਣੀ ਸਰਕਾਰ ਹੋਵੇ, ਆਪਣੀਆਂ ਉਹਨਾਂ ਦੀਆਂ ਏਜੰਸੀਜ਼ ਹੋਣ, ਔਰ ਕੇਂਦਰ ਦੇ ਵਿੱਚ ਉਦੋਂ ਭਾਜਪਾ ਦੀ ਸਰਕਾਰ ਸੀ ਜਿਨ੍ਹਾਂ ਨਾਲ ਗੱਠਜੋੜ ਸੀ। ਸਾਰੀ ਤਰ੍ਹਾਂ ਦੀਆਂ ਏਜੰਸੀ, ਇੰਟੈਲੀਜੈਂਸ ਬਿਊਰੋ ਤੋਂ ਲੈ ਕੇ ਰॉ ਤੋਂ ਲੈ ਕੇ ਜਾਂ ਹੋਰ तमाम ਏਜੰਸੀਜ਼ ਉਹਨਾਂ ਕੋਲੇ ਹਾਜ਼ਰ ਸੀ। ਕਿ ਉਦੋਂ ਰਲ ਮਿਲ ਕੇ ਇਸ ਗੱਲ ਦਾ ਪਤਾ ਨਹੀਂ ਸੀ ਲਗਾਇਆ ਜਾ ਸਕਦਾ ਕਿ ਕੌਣ ਦੋਸ਼ੀ ਨੇ, ਔਰ ਦੋਸ਼ੀਆਂ ਨੂੰ ਫੜ ਕੇ ਚੰਗੀ ਤਰ੍ਹਾਂ ਜਾਂਚ ਹੁੰਦੀ। ਸਿਰਫ ਇਸੇ ਗੱਲ ਤੇ ਅੜੇ ਰਹੇ ਕਿ ਕਦੇ ਕਹਿੰਦੇ ਪੰਜਾਬ ਪੁਲਿਸ ਜਾਂਚ ਕਰੇਗੀ, ਕਦੇ ਕਹਿੰਦੇ CBI ਜਾਂਚ ਕਰੇਗੀ, ਫਿਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਅਸੀਂ ਤਾਂ ਮਨਾ ਕੀਤਾ ਸੀ। ਦਰਅਸਲ ਇਹ ਜਿਹੜਾ ਫੁੱਟਬਾਲ ਵਾਂਗੂ ਜਾਂਚ ਏਜੰਸੀ ਦੀ ਇਹ ਜਿਹੜੀਆਂ ਜੋ ਵੀ ਜਾਂਚ ਹੋਣੀ ਸੀ ਜਾਂ ਉਸ ਦੇ ਉੱਤੇ ਇਨਵੈਸਟੀਗੇਸ਼ਨ ਹੋਣੀ ਸੀ, ਇਸ ਉੱਤੇ ਤਾਂ ਇਹ ਗੱਲਾਂ ਕਰਦੇ ਰਹੇ, ਲੇਕਿਨ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚੀ, ਕੋਈ ਉਹਦਾ ਹੱਲ ਨਹੀਂ ਨਿਕਲਿਆ, ਕੋਈ ਸਿੱਟਾ ਨਹੀਂ ਨਿਕਲਿਆ। ਨਹੀਂ ਤਾਂ ਅੱਜ ਦੀ ਤਾਰੀਖ ਦੇ ਵਿੱਚ ਸੁਖਰਾਜ ਸਿੰਘ ਹੁਣਾਂ ਨੂੰ ਧਰਨਿਆਂ ਤੇ ਨਹੀਂ ਬੈਠਣਾ ਪੈਂਦਾ, ਲੋਕਾਂ ਨੂੰ ਧਰਨਿਆਂ ਤੇ ਨਾ ਬਹਿਣਾ ਪੈਂਦਾ, ਲੋਕਾਂ ਨੇ ਅਕਾਲੀ ਦਲ ਨੂੰ ਮਾਫ ਕਰ ਦੇਣਾ ਸੀ। ਪਰ ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ। ਅੱਜ ਵੀ ਉਹ ਮਾਮਲੇ ਲਟਕਦੇ ਆ। ਹੋਇਆ ਤਾਂ ਕਾਂਗਰਸ ਤੋਂ ਵੀ ਨਹੀਂ 5 ਸਾਲਾਂ ਦੇ ਵਿੱਚ, ਪਰ ਕਿਉਂਕਿ ਅਸੀਂ ਕਾਂਗਰਸ ਦੀ ਗੱਲ ਨਹੀਂ ਕਰ ਰਹੇ, ਅਸੀਂ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ। ਸੋ ਸ਼੍ਰੋਮਣੀ ਅਕਾਲੀ ਦਲ ਇਹਨਾਂ ਗੱਲਾਂ ਤੋਂ ਭੱਜ ਨਹੀਂ ਸਕਦਾ। ਕੀ ਉਹਨਾਂ ਨੇ ਕਾਂਗਰਸ ਤੇ ਕੋਈ ਦਬਾਅ ਬਣਾਇਆ? ਉਹਨਾਂ 5 ਸਾਲਾਂ ਦੇ ਦੌਰਾਨ ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਆ, ਉਸ ਤੋਂ ਬਾਅਦ ਲਗਭਗ 111 ਦਿਨ ਚਰਨਜੀਤ ਸਿੰਘ ਚੰਨੀ ਰਹੇ ਆ। ਕੀ ਸ਼੍ਰੋਮਣੀ ਅਕਾਲੀ ਦਲ ਨੇ ਦਬਾਅ ਬਣਾਇਆ ਕਿ ਸਾਨੂੰ ਜਿਹੜੇ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀ ਉਹ ਫੜ ਕੇ ਦਿਓ? ਮੈਂ ਤਾਂ ਕਦੇ ਸੁਣਿਆ, ਹਾਂ ਸਟੇਟਮੈਂਟ ਆ ਜਾਂਦੀ ਸੀ, ਕਦੇ ਟਵੀਟ ਆ ਜਾਂਦਾ ਸੀ, ਕਦੇ ਪ੍ਰੈਸ ਕਾਨਫਰੰਸ ਛੋਟੀ ਮੋਟੀ ਹੋ ਜਾਂਦੀ ਸੀ, ਲੇਕਿਨ ਕੋਈ ਇਹਦੇ ਲਈ ਧਰਨੇ ਪ੍ਰਦਰਸ਼ਨ ਜਿਸ ਤਰ੍ਹਾਂ ਦੀ ਇੱਕ ਸ਼ਿੱਦਤ ਹੋਣੀ ਚਾਹੀਦੀ ਹੈ। ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਹੋ ਤੇ ਤੁਸੀਂ ਉਹਨਾਂ ਚੀਜ਼ਾਂ ਲਈ ਇਨਸਾਫ ਨਹੀਂ ਮੰਗਦੇ। ਇਹਨਾਂ ਚੀਜ਼ਾਂ ਨਹੀਂ ਮਦਨਦੀਪ ਜੀ, ਜਦੋਂ ਆਪਾਂ ਐਨਾਲਿਸਿਸ ਕਰ ਰਹੇ ਹਾਂ, ਇਹਨਾਂ ਚੀਜ਼ਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਵੱਲ ਲੈ ਕੇ ਆਂਦਾ, ਇਹਨਾਂ ਚੀਜ਼ਾਂ ਨਹੀਂ ਖਤਮ ਕੀਤਾ। ਤੇ ਅੱਗੇ ਆ ਜਾਓ, ਪਰਿਵਾਰਵਾਦ। ਹੁਣ ਤੁਸੀਂ ਦੇਖੋ ਨਾ, ਜਿਹੜੇ ਪਾਰਟੀ ਦੇ ਪੇਟਰਨ ਨੇ, ਸਰਪ੍ਰਸਤ ਨੇ, ਪ੍ਰਕਾਸ਼ ਸਿੰਘ ਬਾਦਲ ਹੋ ਗਏ, ਜਾਂ ਫਿਰ ਜਿਹੜੇ ਪ੍ਰਧਾਨ ਹੋ ਗਏ ਉਹ ਸੁਖਬੀਰ ਸਿੰਘ ਬਾਦਲ ਹੋ ਗਏ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਆ, ਬਿਕਰਮ ਸਿੰਘ ਮਜੀਠੀਆ ਨੇ, ਫਿਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆ, ਉਹਨਾਂ ਦੀ ਆਪਣੀ ਧਰਮ ਪਤਨੀ ਹੈ। ਇਹ तमाम ਲੀਡਰਸ ਕੌਣ ਨੇ? ਸਾਰੇ ਇੱਕ ਪਰਿਵਾਰ ਦੇ ਨੇ। ਔਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜਦੋਂ ਆਪਣੀ ਸੀਟ ਛੱਡ ਕੇ ਤੇ ਅੰਮ੍ਰਿਤਸਰ ਈਸਟ ਦੇ ਵਿੱਚ ਲੜਨ ਜਾਂਦੇ ਆ, ਤੇ ਫਿਰ ਵੀ ਉੱਥੇ ਆਪਣੀ ਧਰਮ ਪਤਨੀ ਨੂੰ ਖੜਾ ਕੇ ਜਾਂਦੇ ਆ। ਬਾਅਦ ਦੇ ਵਿੱਚ ਉਹ ਸੀਟ ਜਿੱਤਦੇ ਵੀ ਆ। ਕੀ ਇਹ ਚੰਗਾ ਨਾ ਹੁੰਦਾ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪੁਰਾਣਾ ਵਰਕਰ, ਕੋਈ ਵਧੀਆ ਲੀਡਰ ਉਹਨਾਂ ਨੂੰ ਖੜਾ ਕੇ ਜਾਂਦੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ, ਤਾਂ ਪਤਾ ਲੱਗਦਾ ਦੇ ਕੇ ਜਾਂਦੀ ਘਰ ਦੀਆਂ। ਉਹਨੇ ਬਿਕਰਮ ਮਜੀਠੀਆ ਉਹਨਾਂ ਨੇ ਆਪਣੀ ਪਤਨੀ ਨੂੰ ਸੀਟ ਦੇ ਕੇ ਗਏ ਆ, ਉਹ ਅੰਮ੍ਰਿਤਸਰ ਤਾਂ ਗਏ ਆ ਜੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਜਿਹੜੇ ਲੋਕ ਨੇ ਬਹੁਤ ਸਿਆਣੇ ਨੇ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ, ਉਹਨਾਂ ਦਾ ਧਿਆਨ ਇਹਨਾਂ ਸਾਰੀਆਂ ਚੀਜ਼ਾਂ ਤੇ ਰਹਿੰਦਾ। ਅੱਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਰਸ ਨੇ ਜਾਂ ਉਹਨਾਂ ਦੇ ਸਮਰਥਕ ਨੇ, ਉਹਨਾਂ ਨੂੰ ਵੀ
ਅਕਾਲੀ ਦਲ ਨੂੰ ਡਿਫੈਂਡ ਕਰਨਾ ਮੁਸ਼ਕਲ ਹੋਇਆ। ਤੁਸੀਂ ਦੇਖ ਲਓ ਪ੍ਰਾਈਵੇਟ ਦੇ ਬਹਿਸ ਦੇ ਦੌਰਾਨ, ਜਾਂ ਜਿਹੜੀ ਘਰਾਂ 'ਚ ਬਹਿਸ ਹੁੰਦੀਆਂ, ਕਿਸੇ ਸੱਥਾਂ ਦੇ ਵਿੱਚ ਬਹਿਸਾਂ ਹੁੰਦੀਆਂ, ਉਹਨਾਂ ਦੇ ਵਿੱਚ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਰ ਆਉਂਦੇ ਵੀ ਆ ਤੇ ਉਹਨਾਂ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਕਿ ਅਸੀਂ ਇਸ ਪਾਰਟੀ ਨੂੰ ਕਿਸ ਤਰ੍ਹਾਂ ਡਿਫੈਂਡ ਕਰੀਏ, ਜਾਂ ਇਸ ਦੇ ਜਿਹੜੇ ਬਣਾਏ ਹੋਏ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਜਾਂ ਜੋ ਵੀ ਇਤਿਹਾਸ ਆ ਉਸ ਨੂੰ ਕਿਵੇਂ ਅੱਗੇ ਰੱਖ ਕੇ ਪਾਰਟੀ ਨੂੰ ਡਿਫੈਂਡ ਕਰੀਏ। ਸੋ ਸਾਰੀਆਂ ਗੱਲਾਂ ਆਉਣੀਆਂ ਨੇ। ਇਸੇ ਕਰਕੇ ਜਿਹੜਾ ਪਾਰਟੀ ਦਾ ਨਿਘਾਰ ਆਇਆ ਹੋਇਆ, ਜਿੰਨੀ ਦੇਰ ਤੱਕ ਇਹ ਆਪਣੇ ਆਪ ਨੂੰ ਇਹਨਾਂ ਅਹੁਦਿਆਂ ਤੋਂ ਦੂਰ ਨਹੀਂ ਕਰਦੇ, ਬਾਕੀ ਲੋਕਾਂ ਨੂੰ ਚਾਂਸ ਨਹੀਂ ਦਿੰਦੇ, ਮੈਨੂੰ ਨਹੀਂ ਲੱਗਦਾ ਇੱਕ ਪਾਰਟੀ ਦਾ ਦੁਬਾਰਾ ਉਭਾਰ ਹੋ ਸਕੇਗਾ। ਜੀ ਮਦਨਦੀਪ ਜੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਜੇ ਆਪਾਂ ਦੇਖੀਏ ਮੈਨੂੰ ਹੈਰਾਨੀ ਹੁੰਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵਰਗੇ ਅਨੁਭਵੀ ਜਿਹੜੇ ਰਾਜਨੇਤਾ ਨੇ, ਉਹਨਾਂ ਨੇ ਆਪਣੀ ਪਾਰਟੀ ਦੇ ਭਵਿੱਖ ਦੇ ਪ੍ਰਤੀ ਅੱਖਾਂ ਹੀ ਮੀਚੀ ਰੱਖੀਆਂ। ਉਹਨਾਂ ਨੇ ਬਿਲਕੁਲ ਸੋਚਿਆ ਹੀ ਨਹੀਂ, ਨਾ ਕੋਈ ਲੀਡਰਸ਼ਿਪ ਦਾ ਉਭਾਰ ਹੋਇਆ ਪਾਰਟੀ ਦੇ ਅੰਦਰੋਂ, ਨਾ ਕੋਈ ਉਹਨਾਂ ਨੇ ਯਤਨ ਕੀਤਾ। ਮੁੜ ਘੁੜ ਕੇ ਉਹੀ ਹੈ, ਤੁਹਾਨੂੰ ਪਤਾ ਹੀ ਹੈ ਮਨਪ੍ਰੀਤ ਬਾਦਲ ਹੋਣੀ ਪਾਰਟੀ ਦੇ ਵਿੱਚੋਂ ਕਿਉਂ ਗਏ ਬਾਹਰ? ਪਰਿਵਾਰ ਦੇ ਸੀ ਨਾ, ਇੱਕੋ ਪਰਿਵਾਰ ਦੇ ਵਿੱਚੋਂ ਸੀ। ਥੋੜਾ ਜਿਹਾ ਜੇ ਤੁਸੀਂ ਇਹਦੇ ਤੇ ਵੀ ਗੱਲ ਕਰ ਲਓ, ਸਾਡੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਵੀ ਸਮਝ ਆ ਜਾਏ ਵੀ ਜਿਵੇਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਾਰਟੀ ਦੇ ਵਿੱਚ ਲੀਡਰਸ਼ਿਪ ਦੀ ਉਭਾਰ ਨਹੀਂ ਇਹਨਾਂ ਨੇ ਉਭਰਨ ਦਿੱਤਾ ਕਿਸੇ ਲੀਡਰ ਨੂੰ। ਮਨਪ੍ਰੀਤ ਬਾਦਲ ਹੋਣੀ ਵੀ ਉਨਾ ਹੀ ਹੱਕ ਰੱਖਦੇ ਸੀ ਜਿੰਨਾ ਸੁਖਬੀਰ ਸਿੰਘ ਬਾਦਲ ਰੱਖਦੇ ਆ, ਪਰ ਮਨਪ੍ਰੀਤ ਬਾਦਲ ਨੂੰ ਬਾਹਰ ਕਿਉਂ ਜਾਣਾ ਪਿਆ ਪਾਰਟੀ ਤੋਂ? ਨਹੀਂ, ਤੁਸੀਂ ਦੇਖੋ, ਕੱਲੇ ਮਨਪ੍ਰੀਤ ਬਾਦਲ ਦੀ ਆਪਾਂ ਗੱਲ ਛੱਡ ਵੀ ਦੇਈਏ, ਸੁਖਦੇਵ ਸਿੰਘ ਢੀਂਡਸਾ ਜਿਹੜੇ ਇੰਨੇ ਪੁਰਾਣੇ ਇਹਨਾਂ ਦੇ ਲੀਡਰ ਨੇ, ਰਣਜੀਤ ਸਿੰਘ ਬ੍ਰਹਮਪੁਰਾ, ਉਹ ਅਖੀਰਲੇ ਜਦੋਂ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਅਖੀਰਲੇ ਦਿਨਾਂ ਦੇ ਵਿੱਚ ਵਾਪਸ ਆਉਂਦੇ ਆ। ਹਾਲਾਂਕਿ ਉਹਨਾਂ ਦੀ ਉਮਰ ਬਹੁਤ ਹੋ ਗਈ ਹੈ। ਪਰਮਿੰਦਰ ਸਿੰਘ ਢੀਂਡਸਾ ਜਿਹੜੇ ਇਸੇ ਸ਼੍ਰੋਮਣੀ ਅਕਾਲੀ ਦਲ ਦੇ ਫਾਈਨੈਂਸ ਮਿਨਿਸਟਰ ਰਹੇ ਆ। ਇਹ ਸਾਰੇ ਲੋਕਾਂ ਦਾ ਜਾਣਾ, ਜਾਂ ਇਸ ਤੋਂ ਪਹਿਲਾਂ ਵੀ ਜਿਹੜੇ ਲੋਕ ਟੁੱਟੇ ਨੇ, ਉਹ ਸ਼੍ਰੋਮਣੀ ਅਕਾਲੀ ਦਲ ਉੱਤੇ ਹਰ ਤਰ੍ਹਾਂ ਦੇ ਕੋਈ ਸਵਾਲ ਖੜੇ ਕਰਦੇ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਸਿਕੰਦਰ ਸਿੰਘ ਮਲੂਕਾ ਦੀ। ਤੁਹਾਨੂੰ ਯਾਦ ਹੋਣਾ ਕਿ ਰਾਮਪੁਰਾ ਫੂਲ ਤੋਂ ਉਹਨਾਂ ਨੇ ਚੋਣ ਲੜਨੀ ਸੀ ਤੇ ਉਹ ਮੌੜ ਤੋਂ ਵੀ ਚੋਣ ਲੜਨਾ ਚਾਹੁੰਦੇ ਸੀ ਤਾਂ ਕਿ ਆਪਣੇ ਮੁੰਡੇ ਨੂੰ ਟਿਕਟ ਦਵਾ ਸਕਣ। ਹਾਲਾਂਕਿ ਮੌੜ ਦੇ ਵਿੱਚ ਬਾਅਦ ਦੇ ਵਿੱਚ ਜਗਮੀਤ ਸਿੰਘ ਬਰਾੜ ਉਹਨਾਂ ਨੂੰ ਖੜਾ ਕਰ ਦਿੱਤਾ ਗਿਆ, ਜਿਹੜਾ ਸਾਰੀ ਉਮਰ ਜਿਹੜੇ ਕਾਂਗਰਸੀ ਰਹੇ ਆ, ਬਾਅਦ ਦੇ ਵਿੱਚ ਉਹ ਅਕਾਲੀ ਬਣ ਗਏ। ਉਹਨਾਂ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੇ ਮੁੰਡੇ ਨੂੰ ਜਾਂ ਉਹਨਾਂ ਨੂੰ 2 ਟਿਕਟਾਂ ਨਹੀਂ ਦਿੱਤੀਆਂ ਤੇ ਉਹਨਾਂ ਨੇ ਆ ਕੇ ਰੌਲਾ ਪਾਇਆ ਸੀ। ਉਹ ਕਹਿੰਦੇ ਚਲੋ ਠੀਕ ਆ, ਕਿਉਂਕਿ ਉਹਨਾਂ ਤੇ ਇਹ ਕਿਹਾ ਕਿ ਤੁਸੀਂ ਤਾਂ ਆਪਣੇ ਪਰਿਵਾਰ ਲਈ ਟਿਕਟਾਂ ਮੰਗਦੇ ਹੋ। ਜੇ ਤਾਂ ਕੋਈ ਸਿਕੰਦਰ ਸਿੰਘ ਮਲੂਕਾ ਵਰਗੇ ਇੱਕ ਸੀਨੀਅਰ ਲੀਡਰ ਕਿਸੇ ਆਪਣੇ ਮੁੰਡੇ ਲਈ ਟਿਕਟ ਮੰਗਣ ਤਾਂ ਉਹ ਪਰਿਵਾਰਵਾਦ ਹੋ ਜਾਂਦਾ, ਤੇ ਜੇ ਬਾਦਲ ਆਪਣੇ ਪਰਿਵਾਰ ਨੂੰ ਟਿਕਟਾਂ ਦੇਵੇ ਤਾਂ ਕੋਈ ਪਰਿਵਾਰਵਾਦ ਨਹੀਂ। ਔਰ ਤੁਹਾਨੂੰ ਯਾਦ ਹੋਣਾ ਜਦੋਂ ਇੱਕ ਮੀਟਿੰਗ ਬੁਲਾਈ ਸੀ ਚੰਡੀਗੜ੍ਹ ਦੇ ਵਿੱਚ, ਉੱਥੇ ਇਹ ਗੱਲ ਉਹਨਾਂ ਨੇ ਕਹੀ ਸੀ। ਪਰ ਤੁਸੀਂ ਕਮਾਲ ਦੀ ਗੱਲ ਦੇਖੋ, ਸਿਕੰਦਰ ਸਿੰਘ ਮਲੂਕਾ ਕਹਿੰਦੇ ਆ ਕਿ ਬਾਦਲ ਪਰਿਵਾਰ ਨੂੰ ਛੱਡ ਦਿਓ, ਬਾਕੀਆਂ ਲਈ ਕਹਿੰਦੇ ਇਹ ਹੋਣਾ ਚਾਹੀਦਾ ਕਿ ਇੱਕ ਪਰਿਵਾਰ ਚੋਂ ਇੱਕ ਟਿਕਟ ਹੀ ਮਿਲਣੀ ਚਾਹੀਦੀ ਆ। ਯਾਨੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਸੀ ਕਿ ਜੇ ਮੈਂ ਬਾਦਲ ਪਰਿਵਾਰ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਤੀ ਤਾਂ ਹੋ ਸਕਦਾ ਮੈਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਨਾ ਦਿਖਾ ਦਿੱਤਾ ਜਾਵੇ। ਤੁਸੀਂ ਯਾਦ ਕਰੋ ਮਰਹੂਮ ਕੈਪਟਨ ਕਮਲਜੀਤ ਸਿੰਘ ਹੋਣਾ ਨੂੰ, ਕਿੰਨੀ ਵਾਰੀ ਉਹ ਗੱਲ ਕਰਦੇ ਸੀ ਕਿ ਇਹਨਾਂ ਦੇ ਵਿੱਚ ਜਿਹੜੀ ਪਾਰਟੀ ਦਾ ਪਰਿਵਾਰਵਾਦ ਕਿੰਨਾ ਵੱਧ ਗਿਆ, ਕਿੰਨਾ ਇਹ ਜਿਹੜਾ ਪਰਿਵਾਰ ਆ ਉਹ ਹਾਵੀ ਹੋ ਗਿਆ। ਇਹ ਸਾਰੇ ਜਿਹੜੇ ਲੀਡਰ ਸੀ, ਜਿਹੜਾ ਰਣਜੀਤ ਸਿੰਘ ਬ੍ਰਹਮਪੁਰਾ, ਉਹ ਤਾਂ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਮਾਝੇ ਦੇ ਵਿੱਚ ਆ, ਪਰ ਮਾਝੇ ਦੇ ਵਿੱਚ ਦਖਲ ਅੰਦਾਜ਼ੀ ਬਿਕਰਮ ਸਿੰਘ ਮਜੀਠੀਆ ਦੀ ਹੋ ਗਈ ਹੈ। ਕਿਸੇ ਟਾਈਮ ਉਹਨਾਂ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਸੀ, ਹੋਰ ਕਿਸੇ ਮਾਝੇ ਦੇ ਲੀਡਰ ਨੂੰ ਉੱਥੇ ਉਹਨਾਂ ਦੀ ਗੱਲ ਹੀ ਨਹੀਂ ਸੀ ਸੁਣੀ ਜਾਂਦੀ। ਸੋ ਜੋ ਪਰਿਵਾਰ ਹਰ ਚੀਜ਼ ਤੇ ਹਾਵੀ ਹੋ ਜਾਏਗਾ ਤੇ ਫਿਰ ਜਿਹੜੇ ਦੂਸਰੇ ਲੀਡਰਸ ਨੇ ਜਿਨ੍ਹਾਂ ਨੇ ਪਾਰਟੀ ਦੇ ਲਈ तमाम ਕੁਰਬਾਨੀਆਂ ਕੀਤੀਆਂ ਜਾਂ ਮਿਹਨਤ ਕੀਤੀ ਆ, ਉਹ ਸਫੋਕੇਟਡ ਫੀਲ ਕਰਨਗੇ। ਉਹਨਾਂ ਨੂੰ ਲੱਗੇਗਾ ਕਿ ਸਾਡਾ ਸਾਹ ਘੁੱਟ ਰਿਹਾ, ਤੇ ਫਿਰ ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਹੋਣਾ ਵਾਂਗੂ ਆਪਣੀ ਨਵੀਂ ਪਾਰਟੀ ਖੜੀ ਕਰਨਗੇ। ਇਸੇ ਤਰ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਵਾਂਗੂ ਆਪਣੀ ਨਵੀਂ ਪਾਰਟੀ ਇਹ ਖੜੀ ਕਰਨਗੇ। ਸੇਵਾ ਸਿੰਘ ਸੇਖਵਾਂ ਉਹ ਵੀ ਅੱਜ ਇਸ ਦੁਨੀਆ ਤੇ ਨਹੀਂ ਰਹੇ ਆ, ਔਰ ਤੁਹਾਨੂੰ ਯਾਦ ਹੋਣਾ ਅਖੀਰਲੇ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀ। ਇਹ ਕਿਉਂ ਗਏ ਨੇ ਲੀਡਰ? ਇਹ ਇਸੇ ਕਰਕੇ ਗਏ ਗੁਰਚਰਨ ਸਿੰਘ ਟੌੜਾ ਨੂੰ ਵੀ ਆਪਾਂ ਯਾਦ ਕਰੀਏ। ਬਿਲਕੁਲ ਕਰੀਏ ਜੀ। ਉਹ ਗੁਰਚਰਨ ਸਿੰਘ ਟੌੜਾ ਜੀ ਜਿਨ੍ਹਾਂ ਨੇ ਇੱਕ ਵਾਰੀ ਆਵਾਜ਼ ਉਠਾਈ ਸੀ ਕਿ ਪਾਰਟੀ ਦਾ ਪ੍ਰਧਾਨ ਵੱਖਰਾ ਹੋਣਾ ਚਾਹੀਦਾ ਤੇ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਕੈਂਡੀਡੇਟ ਉਹ ਵੱਖਰਾ ਹੋਣਾ ਚਾਹੀਦਾ। ਇਸੇ ਗੱਲ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਇਹ ਗੱਲ ਪਸੰਦ ਨਹੀਂ ਆਈ, ਕਿਉਂਕਿ ਪੂਰਨ ਰੂਪ ਦੇ ਵਿੱਚ ਕੰਟਰੋਲ ਚਾਹੁੰਦੇ ਸੀ ਪਾਰਟੀ ਦਾ। ਇਸ ਚੀਜ਼ ਦੇ ਨਾਲ ਜਦੋਂ ਉਹਨਾਂ ਦਾ ਇਹ ਬਿਆਨ ਆਉਂਦਾ, ਆਪਸ ਦੇ ਵਿੱਚ ਮਤਭੇਦ ਵੀ ਪੈਦਾ ਹੁੰਦੇ ਆ, ਇਹ ਵੀ ਆਪਾਂ ਨੂੰ ਪਤਾ। ਸਾਰੀਆਂ ਗੱਲਾਂ ਆਪਣੀ ਪਾਰਟੀ ਵੀ ਵੱਖਰੀ ਬਣਾ ਲੈਂਦੇ ਆ ਉਹ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਕਰਨਾ ਪਊਗਾ। ਸਿਰਫ ਇੱਕ ਪਰਿਵਾਰ ਤੱਕ ਸੀਮਿਤ ਰੱਖੋਗੇ ਜਦੋਂ, ਤੇ ਫਿਰ ਇਹੀ ਚੀਜ਼ ਹੋਊਗਾ। ਠੀਕ ਹੈ, ਪਰਿਵਾਰ ਦੀ ਕੰਟਰੀਬਿਊਸ਼ਨ ਇੱਕ ਹੱਦ ਤੱਕ ਹੋ ਸਕਦੀ ਹੈ, ਪਰ ਬਾਕੀ ਜਿਹੜੇ ਤੁਹਾਡੇ ਵਰਕਰਸ ਨੇ ਜਾਂ ਜਿਹੜੇ ਤੁਹਾਡੇ ਨਾਲ ਅਕਾਲੀ ਜੁੜੇ ਹੋਏ ਨੇ ਬੜੇ ਸਮੇਂ ਤੋਂ, ਉਹਨਾਂ ਦੀ ਵੀ ਇੰਪੋਰਟੈਂਸ ਸਮਝੋ, ਉਹਨਾਂ ਦੀ ਵੀ ਸਿਗਨੀਫੀਕੈਂਸ ਸਮਝੋ। ਤੇ ਇਸੇ ਕਰਕੇ ਜਿਹੜਾ ਤੁਹਾਡਾ ਨਿਗਾਰ ਇਸ ਪਾਰਟੀ ਦਾ ਹੋ ਰਿਹਾ। ਜੀ ਮਦਨਦੀਪ ਜੀ।
ਮਨਪ੍ਰੀਤ ਜੀ, ਇਹ ਜਿਹੜੀ ਅਸੀਂ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਨਿਗਾਰ ਦੀ ਗੱਲ ਕੀਤੀ, ਤੁਸੀਂ ਤਾਂ ਇਹ ਵੀ ਕਹਿਤਾ ਕਿ ਜੇ ਇਹ ਅੜੀ ਰਹੇ ਕਿ ਅਸੀਂ ਹੀ ਇਹਦਾ ਸਰਪ੍ਰਸਤ ਹੋਣਾ ਹੈ, ਅਸੀਂ ਹੀ ਪ੍ਰਧਾਨ ਹੋਣਾ, ਅਸੀਂ ਹੀ ਸਾਰਾ ਕੁਝ ਹੋਣਾ ਆ, ਤਾਂ ਸ਼੍ਰੋਮਣੀ ਅਕਾਲੀ ਦਲ ਦਾ ਉੱਭਰਨਾ ਜਿਹੜਾ ਮੁਸ਼ਕਲ ਆ। ਮੰਨ ਲਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਭਾਰ ਨਹੀਂ ਹੁੰਦਾ, ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਂਦਾ, ਸ਼੍ਰੋਮਣੀ ਅਕਾਲੀ ਦਲ ਉਸ ਰੂਪ 'ਚ ਨਹੀਂ ਸਾਹਮਣੇ ਆਉਂਦਾ, ਤਾਂ ਫਿਰ ਤੁਸੀਂ ਪੰਜਾਬ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਦੇਖ ਰਹੇ ਹੋ? ਥੋੜਾ ਜਿਹਾ ਅਸੀਂ ਚਰਚਾ ਕਰਨੀ ਚਾਹਾਂਗੇ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਖਤਮ ਹੋਊਗਾ। ਜੀ। ਮੇਰਾ ਇਹ ਮੰਨਣਾ ਨਹੀਂ ਹੈ। ਪਰਿਵਾਰ ਖਤਮ ਹੋ ਸਕਦੇ ਆ, ਇੰਡੀਵਿਜੂਅਲ ਖਤਮ ਹੋ ਸਕਦੇ ਆ, ਅਲੱਗ-ਅਲੱਗ ਵਿਅਕਤੀ ਖਤਮ ਹੋ ਸਕਦੇ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨਹੀਂ। ਜੇ ਅੱਜ ਸ਼੍ਰੋਮਣੀ ਕਿਸ ਅਕਾਲੀ ਤਰ੍ਹਾਂ ਦਾ ਦਲ ਹੋਏਗਾ ਸ਼੍ਰੋਮਣੀ ਅਕਾਲੀ ਦਲ, ਕਿਸ ਤਰ੍ਹਾਂ ਦੇ ਸਰੂਪ ਦਾ ਕੀ ਹੋਏਗਾ? ਨਵੀਂ ਦੇਖੋ, ਜਦੋਂ ਸੰਕਟ ਆਉਂਦੇ ਨੇ ਤੇ ਨਵੀਂ ਲੀਡਰਸ਼ਿਪ ਆਪਣੇ ਆਪ ਹੀ ਪੈਦਾ ਹੁੰਦੀ ਆ, ਉੱਠਣਗੇ, ਇਸੇ ਚੋਂ ਲੋਕ ਉੱਠਣਗੇ। ਜਦੋਂ ਲੱਗੇਗਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਪੋਰਟ ਨਹੀਂ ਮਿਲ ਰਹੀ, ਸਮਰਥਨ ਨਹੀਂ ਮਿਲ ਰਿਹਾ, ਤੇ ਇਸੇ ਪਾਰਟੀ 'ਚ ਅੱਜ ਕਾਂਗਰਸ ਦੀ ਤੁਸੀਂ ਗੱਲ ਦੇਖੋ, ਉਹਨਾਂ ਦੇ ਵਿੱਚ ਵੀ ਬਹੁਤ ਆਪਸ ਦੇ ਵਿੱਚ ਮਤਭੇਦ ਨੇ, ਟਕਰਾਅ ਨੇ, ਵਿਤਕਰੇ ਪੈਦਾ ਹੋ ਗਏ ਨੇ। ਕਈ ਤਰ੍ਹਾਂ ਦੇ ਜਿਹੜੇ ਇਸ਼ੂਜ਼ ਉੱਭਰ ਆਏ ਨੇ, ਉਹ ਆਪਸ ਦੇ ਵਿੱਚ ਲੜਦੇ ਫਿਰ ਰਹੇ ਨੇ, ਪਬਲਿਕਲੀ ਲੜ ਰਹੇ ਨੇ। ਲੇਕਿਨ ਤੁਹਾਨੂੰ ਕੀ ਲੱਗਦਾ ਕਾਂਗਰਸ ਖਤਮ ਹੋ ਜਾਊਗੀ ਪੰਜਾਬ 'ਚ? ਕਾਂਗਰਸ 'ਚ ਹੋਰ ਲੀਡਰ ਉੱਪਰਨਗੇ। ਸੋ ਇਹ ਜਿਹੜੇ ਲੀਡਰਸ ਆ, ਉਹ ਵਕਤ ਤੋਂ ਵਕਤ, ਹਾਂ, ਕੁਝ ਦੇਰ ਲਈ ਕੁਝ ਪਾਰਟੀਆਂ ਦਾ ਜਿਹੜਾ ਸਮਾਂ ਹੁੰਦਾ ਉਹ ਜ਼ਰੂਰ ਇਸ ਤਰ੍ਹਾਂ ਦਾ ਚੱਲਦਾ, ਲੇਕਿਨ ਲੰਮੇ ਸਮੇਂ ਲਈ ਕਿਸੇ ਵੀ ਪਾਰਟੀ ਨੂੰ ਇਸ ਤਰ੍ਹਾਂ ਰੱਖਣਾ ਕਿ ਉਹਨੂੰ ਬਿਲਕੁਲ ਜਿਹੜਾ ਹਾਸ਼ੀਏ ਤੇ ਰੱਖਣਾ, ਉਹ ਔਖਾ ਹੋ ਜਾਂਦਾ। ਕਿਉਂਕਿ ਸਮੇਂ ਦਾ ਜਿਹੜਾ ਚੱਕਰ ਆ, ਅੱਜ ਤੁਸੀਂ ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਉਦਾਹਰਨ ਇਸ ਕਰਕੇ ਦਿੰਦਾ, ਕਿਸੇ ਟਾਈਮ ਕਾਂਗਰਸ ਨੇ, ਚਾਹੇ ਉਹ 1984 ਦਾ ਜੈਨੋਸਾਈਡ ਹੋਵੇ, ਜਿਸ ਤਰ੍ਹਾਂ ਕਤਲੇਆਮ ਹੋਇਆ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਚਾਹੇ ਜਿਸ ਤਰ੍ਹਾਂ ਦਰਬਾਰ ਸਾਹਿਬ ਉੱਤੇ ਜਿਹੜੀਆਂ ਪੁਲਿਸ ਨੇ ਜਾਂ ਫੌਜਾਂ ਚੜਾਈਆਂ ਗਈਆਂ, ਉਸ ਦੌਰਾਨ ਲੋਕਾਂ ਦੇ ਜਿਹੜੇ ਹਿਰਦੇ ਸੀ ਉਹ ਵਲੂੰਦਰੇ ਗਏ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ। ਉਸ ਤੋਂ ਬਾਅਦ ਲੱਗਦਾ ਨਹੀਂ ਸੀ ਕਿ ਕਾਂਗਰਸ ਪੰਜਾਬ 'ਚ ਆਊਗੀ, ਲੇਕਿਨ ਨਵੀਂ ਲੀਡਰਸ਼ਿਪ ਉੱਭਰੀ, ਉਹਨਾਂ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ, ਭਰੋਸਾ ਕੀਤਾ ਕਿ ਠੀਕ ਹੈ, ਚਲੋ ਇਹ ਵਿਅਕਤੀ ਚੰਗੇ, ਪਾਰਟੀ ਇਹਨਾਂ ਦੀ ਉਹ ਹੋ ਸਕਦੀ ਆ, ਲੇਕਿਨ ਹੁਣ ਨਵੇਂ ਵਿਅਕਤੀ ਹੈ ਤੇ ਫਿਰ ਉਹਨਾਂ ਦੀ ਸਰਕਾਰਾਂ ਵੀ ਬਣੀਆਂ, ਔਰ ਬੜੀਆਂ ਵੱਡੀਆਂ ਬਹੁਮਤ ਨਾਲ ਬਣੀਆਂ। ਇਹ ਚੀਜ਼ਾਂ ਵੀ ਹੁੰਦੀਆਂ। ਸੋ ਇਸੇ ਪਾਰਟੀ ਦੇ ਵਿੱਚੋਂ ਜੇ ਅੱਜ ਇਹਨਾਂ ਤੋਂ ਗਲਤੀਆਂ ਹੋ ਗਈਆਂ ਜਾਂ ਇਹ ਕਿਸੇ ਚੀਜ਼ ਦੇ ਪਰਿਵਾਰਵਾਦ 'ਚ ਫਸ ਗਿਆ, ਤਾਂ ਮੈਨੂੰ ਲੱਗਦਾ ਇਸੇ ਪਾਰਟੀ ਦੇ ਵਿੱਚੋਂ ਨਵੀਂ ਲੀਡਰਸ਼ਿਪ ਵੀ ਨਿਕਲੂਗੀ। ਜੀ, ਬਿਲਕੁਲ ਤੁਹਾਡੀ ਗੱਲ ਠੀਕ ਆ, ਔਰ ਉਮੀਦ ਕੀਤੀ ਵੀ ਜਾਣੀ ਚਾਹੀਦੀ, ਕਿਉਂਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਜਿਹੜੀ ਬੇਦਖਲੀ ਹੈ, ਇਹ ਮੇਰਾ ਹਾਲੇ ਸੂਬੇ ਦੀ ਵੇਖ ਵਿੱਚ ਨਹੀਂ, ਕਿਉਂਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਤਾਂ ਆਮ ਆਦਮੀ ਪਾਰਟੀ ਖੇਤਰੀ ਪਾਰਟੀ ਨਹੀਂ ਹੈ। ਆਮ ਆਦਮੀ ਪਾਰਟੀ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਅਸੀਂ ਮਾਨਸਿਕਤਾ ਦੀ ਗੱਲ ਕਰੀਏ ਤਾਂ ਦਿੱਲੀ ਨਾਲ ਜੁੜੀ ਹੋਈ ਹੈ। ਸੋ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਪੰਜਾਬ ਨੂੰ। ਪੰਜਾਬ ਦੇ ਜੇ ਅਸੀਂ ਕਲਚਰ ਦੀ ਗੱਲ ਕਰੀਏ, ਪੰਜਾਬ ਦੀ ਸੰਸਕ੍ਰਿਤੀ ਦੀ ਗੱਲ ਕਰੀਏ, ਸੱਭਿਆਚਾਰ ਦੀ ਗੱਲ ਕਰੀਏ, ਤਾਂ ਖੇਤਰੀ ਪਾਰਟੀ ਤੋਂ ਬਗੈਰ ਪੰਜਾਬ ਦਾ ਸਰਦਾ ਨਹੀਂ। ਪਰ ਇਹ ਜ਼ਰੂਰੀ ਤਾਂ ਨਹੀਂ ਕਿ ਇਹੀ ਪਾਰਟੀ ਹੋਣੀ ਚਾਹੀਦੀ, ਸ਼੍ਰੋਮਣੀ ਅਕਾਲੀ ਦਲ ਹੋਣੀ ਚਾਹੀਦੀ ਜਿਹੜੀ ਖੇਤਰੀ ਪਾਰਟੀ ਹੋਵੇ। ਖੇਤਰੀ ਪਾਰਟੀ ਦਾ ਨਵਾਂ ਵੀ ਉਭਾਰ ਹੋ ਸਕਦਾ ਮਨਪ੍ਰੀਤ ਜੀ, ਕਿ ਨਹੀਂ ਹੋ ਸਕਦਾ? ਨਹੀਂ, ਬਿਲਕੁਲ ਬਹੁਤ ਸਪੇਸ ਆ, ਕੋਈ ਵੀ ਪਾਰਟੀ ਬਣ ਸਕਦੀ ਆ। ਤੁਸੀਂ ਦੇਖੋ, ਦੇਖਿਆ ਜਾਵੇ ਤਾਂ ਕਾਂਗਰਸ ਵੀ ਦਿੱਲੀ ਤੋਂ ਕੰਟਰੋਲ ਹੁੰਦੀ ਹੈ, ਭਾਰਤੀ ਜਨਤਾ ਪਾਰਟੀ ਹੈ ਦਿੱਲੀ ਤੋਂ ਕੰਟਰੋਲ ਹੁੰਦੀ ਹੈ, ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਹੈ ਉਹ ਵੀ ਦਿੱਲੀ ਤੋਂ ਕੰਟਰੋਲ ਹੁੰਦੀ ਹੈ। ਪਰ ਜਿਹੜੇ ਨੇਤਾ ਹੁੰਦੇ ਨੇ, ਸਿਆਸੀ ਆਗੂ ਹੁੰਦੇ ਨੇ, ਉਹ ਖੇਤਰੀ ਹੁੰਦੇ ਨੇ। ਲੋਕ ਕੋਈ ਦਿੱਲੀ ਵੱਲ ਦੇਖ ਕੇ, ਜੇ ਲੋਕ ਕਾਂਗਰਸ ਨੂੰ ਵੋਟ ਪਾਉਂਦੇ ਸੀ, ਉਹ ਸੋਨੀਆ ਗਾਂਧੀ ਨੂੰ ਦੇਖ ਕੇ ਨਹੀਂ ਸੀ ਵੋਟ ਪਾਉਂਦੇ ਜਾਂ ਰਾਹੁਲ ਮੈਂ ਗਾਂਧੀ ਕਹਿ ਨੂੰ। ਰਿਹਾ ਕਿ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਅਸੀਂ ਪਿਛਲੀਆਂ ਚੋਣਾਂ 'ਚ ਵੀ ਦੇਖਿਆ, ਲੋਕਾਂ ਦੀ ਆਵਾਜ਼ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾਉਣ, ਖਹਿਰਾ ਸਾਹਿਬ ਉਹਨਾਂ ਦੇ ਨਾਲ ਆਉਣ, ਫਲਾਣਾ ਨੌਜਵਾਨ ਲੀਡਰ ਉਹਨਾਂ ਦੇ ਨਾਲ ਆਵੇ। ਇਸ ਤਰ੍ਹਾਂ ਦੀ ਮੰਗ ਉੱਠ ਰਹੀ ਸੀ ਪੰਜਾਬ ਦੇ ਵਿੱਚੋਂ। ਇਉਂ ਲੱਗਦਾ ਸੀ ਕਿ ਪੰਜਾਬ ਨੂੰ ਇਹ ਮਹਿਸੂਸ ਹੋ ਰਿਹਾ ਕਿ ਪੰਜਾਬ ਨੂੰ ਇੱਕ ਆਪਣੀ ਉਸ ਪਾਰਟੀ ਦੀ ਲੋੜ ਹੈ, ਜਿਹੜੀ ਇਸ ਸੂਬੇ ਦੇ ਇਸ ਖਿੱਤੇ ਬਾਰੇ ਚੰਗੀ ਤਰ੍ਹਾਂ ਸਮਝਦੀ ਹੋਵੇ, ਖਿੱਤੇ ਦੇ ਨਾਲ ਉਹਦਾ ਦਰਦ ਜੁੜਿਆ ਹੋਵੇ। ਇਸ ਤਰ੍ਹਾਂ ਦੀ ਮੰਗ ਹੋ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ। ਤਾਂ ਨਹੀਂ, ਮੇਰਾ ਨਹੀਂ ਮੰਨਣਾ, ਮੇਰਾ ਇਸ ਗੱਲ ਦੇ ਵਿੱਚ ਬਿਲਕੁਲ ਨਹੀਂ ਮੰਨਣਾ ਕਿ ਆਪਣੀ ਪਾਰਟੀ ਹੋਵੇ। ਮੈਨੂੰ ਲੱਗਦਾ ਨੇਤਾ ਜਿਹੜੇ ਇੰਡੀਵਿਜੂਅਲ ਨੇ, ਜਿਹੜੇ ਆਗੂ ਨੇ, ਉਹ ਖੇਤਰੀ ਹੋਣਗੇ, ਉਹ ਚੰਗੇ ਹੋਣਗੇ, ਉਹ ਇਮਾਨਦਾਰ ਹੋਣਗੇ, ਉਹ ਇੱਥੋਂ ਹੋਣਗੇ, ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ, ਲੋਕੀ ਉਹਨਾਂ ਨੂੰ ਵੋਟ ਪਾ ਦੇਣਗੇ। ਆਮ ਆਦਮੀ ਪਾਰਟੀ ਤੁਸੀਂ ਆਪ ਕਹਿ ਕੇ ਹਟੇ ਹੋ ਕਿ ਦਿੱਲੀ ਦੇ ਨਾਲ ਜ਼ਿਆਦਾ ਸੰਬੰਧ ਰੱਖਦੀ ਹੈ, ਪਰ ਲੋਕਾਂ ਨੇ ਇਹਨਾਂ ਨੂੰ ਵੀ ਤਾਂ 92 ਸੀਟਾਂ ਜਿਤਾਈ ਦਿੱਤੀਆਂ, ਕਿਉਂਕਿ ਜਿਹੜੇ ਲੋਕ ਜਿਤਾਏ ਆ ਉਹ ਤਾਂ ਪੰਜਾਬ ਤੋਂ ਹੀ ਆਉਂਦੇ ਆ ਨਾ, ਉਹ ਕੋਈ ਦਿੱਲੀ ਤੋਂ ਤਾਂ ਆ ਕੇ ਬੈਠ ਨਹੀਂ ਗਏ। ਸੋ ਇਸ ਕਰਕੇ ਇਸ ਗੱਲ ਦਾ ਮੰਨਣਾ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ, ਖੇਤਰੀ ਨੇਤਾ ਹੋਣੇ ਚਾਹੀਦੇ ਆ, ਇੱਥੋਂ ਦੇ ਨੇਤਾ ਹੋਣੇ ਚਾਹੀਦੇ ਜਿਹੜੀ ਪੰਜਾਬ ਦੀ ਆਵਾਜ਼ ਬੁਲੰਦ ਕਰਨ। ਅੱਜ ਜਦੋਂ ਰਾਘਵ ਚੱਡਾ ਜਾਂ ਸੰਦੀਪ ਪਾਠਕ ਹੋਣਾ ਨੂੰ ਰਾਜ ਸਭਾ ਦੇ ਵਿੱਚ ਭੇਜ ਦਿੰਦਾ ਤੇ ਰੌਲਾ ਕੀ ਸੀ? ਰੌਲਾ ਇਹੀ ਸੀ ਕਿ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਪਤਾ ਨਹੀਂ ਹੈ,
ਇਹਨਾਂ ਨੇ ਰਾਜ ਸਭਾ ਦੇ ਵਿੱਚ ਜਾ ਕੇ ਮੁੱਦੇ ਨਹੀਂ ਉਠਾਉਣੇ। ਮਨਪ੍ਰੀਤ ਜੀ ਗੱਲ ਤਾਂ ਇਹ ਆ। ਉਹਦੇ ਵਿੱਚ ਮੇਰੇ ਇੱਕ ਤੁਹਾਡੇ ਨਾਲ ਮੇਰੀ ਸਹਿਮਤੀ ਇਸ ਕਰਕੇ ਨਹੀਂ ਬਣ ਰਹੀ ਕਿ ਜਿਹੜੀ ਕੇਂਦਰੀ ਸੱਤਾ ਹੈ, ਜਿਹੜੀ ਮੋਨੋਪੋਲੀ ਹੈ, ਜਦੋਂ ਕੇਂਦਰ ਦੇ ਵਿੱਚ ਆਉਂਦੇ ਆ, ਜਿਵੇਂ ਭਾਰਤੀ ਜਨਤਾ ਪਾਰਟੀ ਦੀ ਮੋਨੋਪੋਲੀ ਹੈ ਇਸ ਵੇਲੇ, ਸੂਬਿਆਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਕੇਂਦਰ ਦੇ ਵਿੱਚ ਵੀ ਇਸੇ ਤਰ੍ਹਾਂ ਕਾਂਗਰਸ ਦੀ ਬੜਾ ਲੰਬਾ ਸਮਾਂ ਮੋਨੋਪੋਲੀ ਰਹੀ ਹੈ। ਕਾਂਗਰਸ ਦੀ ਮੋਨੋਪੋਲੀ ਉਦੋਂ ਟੁੱਟੀ ਸੀ ਜਦੋਂ ਖੇਤਰੀ ਪਾਰਟੀਆਂ ਭਾਰੂ ਪੈ ਗਈਆਂ, ਜਦੋਂ ਖੇਤਰੀ ਪਾਰਟੀਆਂ ਦਾ ਉਭਾਰ ਹੋਣਾ ਸ਼ੁਰੂ ਹੋ ਗਿਆ। ਉਹਦੇ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਹਿੱਸੇਦਾਰੀ ਰਹੀ ਹੈ, ਉਹਦੇ ਚ ਮੁਲਾਇਮ ਸਿੰਘ ਯਾਦਵ ਦੀ ਬੜੀ ਹਿੱਸੇਦਾਰੀ ਰਹੀ ਹੈ, ਇਸੇ ਤਰ੍ਹਾਂ ਲਾਲੂ ਪ੍ਰਸਾਦ ਦੀ ਬਹੁਤ ਹਿੱਸੇਦਾਰੀ ਰਹੀ ਹੈ। ਸੋ ਇਸ ਤਰ੍ਹਾਂ ਨਾਲ ਇਸ ਮੋਨੋਪੋਲੀ ਨੂੰ ਤੋੜਨ ਲਈ ਜਿਹੜੀ ਕੇਂਦਰ ਦੇ ਵਿੱਚ ਹੈ ਮੋਨੋਪੋਲੀ ਬਣ ਜਾਂਦੀ ਹੈ, ਉਹਨੂੰ ਤੋੜਨ ਦੇ ਲਈ ਖੇਤਰੀ ਰਾਜਨੀਤਿਕ ਪਾਰਟੀਆਂ ਦਾ ਉਭਾਰ ਹੋਣਾ ਜ਼ਰੂਰੀ ਹੈ, ਮੈਂ ਇਹ ਸਮਝਦਾ ਜੀ। ਨਹੀਂ, ਖੇਤਰੀ ਪਾਰਟੀ ਜੇ ਤੁਹਾਡੇ ਖੇਤਰੀ ਪਾਰਟੀ ਤੁਸੀਂ ਬਣਾ ਲਓ, ਸਰਕਾਰ ਬਣਾ ਲਓ ਮਦਨਦੀਪ ਜੀ, ਔਰ ਲੋਕਾਂ ਲਈ ਕੁਝ ਕਰੇ ਨਾ। ਹੁਣ ਤੁਸੀਂ ਇੰਨੀਆਂ ਗੱਲਾਂ ਕੀਤੀਆਂ ਇਸੇ ਖੇਤਰੀ ਪਾਰਟੀ ਦੀਆਂ, ਤੇ ਇਹੋ ਜਿਹੀ ਖੇਤਰੀ ਪਾਰਟੀ ਦਾ ਫਾਇਦਾ ਕੀ ਹੈ ਜਦੋਂ ਲੋਕਾਂ ਦੇ ਲਈ ਵੈਲਫੇਅਰ ਲਈ ਕੋਈ ਕੰਮ ਹੀ ਨਾ ਕਰੇ। ਸਿਰਫ ਖੇਤਰੀ ਪਾਰਟੀ ਕਹਿ ਕੇ ਜਾਂ ਰੀਜਨਲ ਪਾਰਟੀ ਕਹਿ ਕੇ ਥੋੜੀ ਉਹਦਾ ਉਭਾਰ ਹੋ ਜਾਏਗਾ। ਉਹ ਤਾਂ ਜੇ ਲੋਕਾਂ ਲਈ ਕੰਮ ਕਰੇਗੀ ਜਾਂ ਵੈਲਫੇਅਰ ਕਰੇਗੀ ਤਾਂ ਚੰਗੀ ਲੱਗੇਗੀ, ਉਹ ਚਾਹੇ ਖੇਤਰੀ ਹੋਵੇ ਚਾਹੇ ਉਹ ਸੈਂਟਰ ਦੀ ਹੋਵੇ, ਉਹਦੇ ਨਾਲ ਕੀ ਫਰਕ ਪੈਂਦਾ ਜੀ। ਠੀਕ ਹੈ, ਪਰ ਮੈਂ ਉਮੀਦ ਕਰਦਾ ਜਿਵੇਂ ਸਾਡੇ ਕੋਲੇ ਬੜੀ ਅੱਛੀ ਲੀਡਰਸ਼ਿਪ ਇਸ ਵੇਲੇ ਹੈਗੀ ਹੈ, ਜਿਹੜੇ ਨਵੇਂ ਨੌਜਵਾਨ ਜਿਹੜੇ ਉੱਭਰ ਰਹੇ ਆ, ਹਾਲਾਂਕਿ ਉਮਰ ਉਹਨਾਂ ਦੀ ਵੀ 50 ਸਾਲ ਤੋਂ ਟੱਪ ਗਈ ਹੈ। ਨਵਜੋਤ ਸਿੰਘ ਸਿੱਧੂ ਹੋਣੀ ਹੈ, ਸੁਖਪਾਲ ਸਿੰਘ ਖਹਿਰੇ ਹੋਣੀ ਨੇ, ਹੋਰ ਵੀ ਕੁਝ ਲੀਡਰ ਹੈਗੇ ਆ ਜਿਨ੍ਹਾਂ ਤੇ ਉਮੀਦ ਹੈ ਹਾਲੇ, ਭਾਵੇਂ ਉਹ ਕਾਂਗਰਸ ਨਾਲ ਜੁੜੇ ਹੋਏ ਆ। ਖੇਤਰੀ ਰਾਜਨੀਤੀ ਨੂੰ ਤਾਕਤਵਰ ਰੱਖਣਗੇ, ਖੇਤਰੀ ਰਾਜਨੀਤੀ ਜਿਹੜੀ ਹੈ ਉਹ ਮਰੇਗੀ ਨਹੀਂ। ਤੁਹਾਡੀਆਂ ਗੱਲਾਂ ਤੋਂ ਵੀ ਇਹੀ ਮੈਨੂੰ ਜਾਪਿਆ। ਸੋ ਮਿਹਰਬਾਨੀ, ਟਾਈਮ ਸਮਾਪਤ ਹੋ ਗਿਆ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਤੁਹਾਡਾ ਮਨਦੀਪ ਜੀ।